वेलकम टू KBC कौन बनेगा कौंसलर म्यूनसिपल कॉरपोरेशन इलैक्शनस 2021 ਹੁਸ਼ਿਆਰਪੁਰ। ਅਸੀਂ ਪਹੁੰਚ ਚੁੱਕੇ ਹਾਂ ਗੁੜ ਮੰਡੀ, ਜਿਹੜਾ ਕਿ ਸ਼ਹਿਰ ਦਾ ਬਹੁਤ ਹੀ ਪੁਰਾਣਾ ਔਰ ਵਿਅਸਤ ਬਾਜ਼ਾਰ ਹੈ। ਅਸੀਂ ਆਪਣੇ ਦੁਕਾਨਦਾਰ ਭਰਾਵਾਂ ਤੋਂ ਕੁਝ ਸਵਾਲ ਪੁੱਛਣੇ ਚਾਹਾਂਗੇ ਕਿ ਕਿਹੋ ਜਿਹਾ ਕੌਂਸਲਰ ਉਹ ਦੇਖਣਾ ਚਾਹਣਗੇ ਆਪਣੇ ਵਾਰਡ 'ਚ। ਵੈਲਕਮ ਟੂ KBC ਕੌन बनेगा ਕੌਂਸਲਰ। ਕੀ ਤੁਹਾਡਾ ਸ਼ੁਭ ਨਾਮ ਜੀ? ਕਰਨ ਭੱਲਾ। ਇਹ ਸਾਡੇ ਵਿੱਚ ਨੇ ਕਰਨ ਭੱਲਾ ਜੀ ਗੁੜ ਮੰਡੀ ਤੋਂ। ਕਰਨ ਭੱਲਾ ਜੀ, ਚੁਣਾਵੀ ਮਾਹੌਲ ਗਰਮ ਹੋਣ ਜਾ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਦੁਕਾਨਾਂ ਤੇ ਬੈਠ ਕੇ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਚੁਣਾਵ ਦੇ ਬਾਰੇ 'ਚ। ਮੈਂ ਕੁਛ ਤੁਹਾਡੇ ਜਿਹੜੇ ਬਹੁਮੁੱਲੇ ਵਚਨ ਹੈ ਫਾਸਟ ਵੇ ਸਿਟੀ ਹਲਚਲ ਦੇ ਉੱਤੇ ਪ੍ਰਸਾਰਿਤ ਕਰਨਾ ਚਾਹੁੰਦਾ ਹਾਂ ਤੇ ਤੁਹਾਡੇ ਕੁਝ ਵਿਚਾਰ ਜਾਣਨਾ ਚਾਹੁੰਦਾ ਹਾਂ। ਕਰਨ ਜੀ, ਕਿਹੋ ਜਿਹਾ ਕੌਂਸਲਰ ਆਪਾਂ ਚੁਣਨਾ ਚਾਹਾਂਗੇ ਔਰ ਆਪਾਂ ਦੇਖਦੇ ਹਾਂ ਸਾਡੇ ਵਾਰਡ 'ਚ ਹੋਵੇ? ਬਸ ਇਹੀ ਸਾਫ ਸੁਥਰਾ ਹੋਵੇ, ਕੰਮ ਕਰਾਉਣ ਵਾਲਾ ਹੋਵੇ, ਕਿੱਦਾਂ ਤੁਹਾਨੂੰ ਕਿੱਦਾਂ ਸਫਾਈ ਸੁਥਰੇ ਹੋਵੇ, ਸਾਫ ਕਰਨ ਵਾਲਾ, ਕਿੱਦਾਂ ਗੰਦਗੀ ਨਾ ਹੋਵੇ। ਜੇ ਥੋੜਾ ਬਹੁਤਾ ਸਾਨੂੰ ਵੀ ਚਾਹੀਦਾ ਵਾ, ਕਿੱਦਾਂ ਸਾਫ ਸੁਥਰਾ ਰੱਖਣਾ ਚਾਹੀਦਾ। ਬਾਕੀ ਸਾਡਾ ਸਾਫ ਸੁਥਰਾ ਹੋਣਾ ਚਾਹੀਦਾ, ਰੋਡ ਬੰਦ ਰਹੇ। ਕਰਨ ਜੀ ਨੇ ਦੱਸਿਆ ਕਿ ਕੌਂਸਲਰ ਨੂੰ ਸਾਫ ਸਫਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਔਰ ਰੋਡਸ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਕਰਨ ਜੀ, ਤੁਹਾਡੇ ਹੀ ਇੱਕ ਆਨਸਰ ਦੇ ਵਿੱਚੋਂ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਜਿਹੜਾ ਕੌਂਸਲਰ ਹੈ, ਕੌਂਸਲਰ ਜਰਨਲੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦਾ ਹੈ ਇਹ ਕਹਿ ਕੇ ਕਿ ਕਾਰਪੋਰੇਸ਼ਨ ਕੋ ਫੰਡ ਨਹੀਂ ਹੈ ਤੇ ਕੁਝ ਵਾਰਡਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈ। ਤੁਸੀਂ ਇਹ ਚੀਜ਼ਾਂ ਆਪਣੇ ਜ਼ਿੰਦਗੀ 'ਚ ਦੇਖਦੇ ਹੋ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਹੋ ਜਿਹੇ ਕੌਂਸਲਰ ਨੂੰ ਆਪਣੇ ਵਾਰਡ ਲਈ? ਬਸ ਇਹੀ ਕਹਿਣਾ ਚਾਹੁੰਦਾ ਵਾ, ਕੁਛ ਨਹੀਂ, ਥੋੜ੍ਹੇ ਬਹੁਤੇ ਆਪਣੀ ਜੇਬ 'ਚੋਂ ਵੀ ਲੈਣੇ ਪੈਂਦੇ ਆ। ਜੋ ਵੀ ਹੈ ਤੁਹਾਨੂੰ ਨਹੀਂ ਹੈ ਫੰਡ, ਥੋੜ੍ਹਾ ਬਹੁਤਾ ਹੀ ਆਪਾਂ ਕਿਹੜਾ ਜ਼ਿਆਦਾ ਕਹਿੰਦੇ ਤੁਹਾਨੂੰ ਪੂਰੀ ਤਰ੍ਹਾਂ ਤੁਸੀਂ ਅਸੀਂ ਵੀ ਕਰਾਂਗੇ ਨਾਲ ਤੁਹਾਡੇ। ਬਸ ਇਹੀ ਚਾਹੁੰਦੇ ਕੌਂਸਲਰ ਕੋ। ਜਨਰਲੀ ਕਈ ਵਾਰੀ ਆਪਾਂ ਦੇਖਿਆ ਵਾਰਡ ਦਾ ਵਿਕਾਸ ਇਸ ਕਰਕੇ ਪਿੱਛੇ ਪੈ ਜਾਂਦਾ ਹੈ ਕਿ ਇੱਕ ਕੌਂਸਲਰ ਕਹਿੰਦਾ ਹੈ ਇਹ ਮੇਰੀ ਜ਼ਿੰਮੇਵਾਰੀ ਨਹੀਂ ਤੇ ਦੂਜਾ ਕੌਂਸਲਰ ਕਹਿੰਦਾ ਹੈ ਇਹ ਮੇਰੀ ਜ਼ਿੰਮੇਵਾਰੀ ਨਹੀਂ। ਤੁਸੀਂ ਕਿਉਂਕਿ ਪੂਰੀ ਕੌਂਸਲਰ ਹੁਸ਼ਿਆਰਪੁਰ ਸ਼ਹਿਰ ਲਈ ਬਣੀ ਹੈ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੌਂਸਲਰਸ ਨੂੰ ਕਿ ਉਹ ਕਿਵੇਂ ਆਪਣੀ ਜ਼ਿੰਮੇਵਾਰੀਆਂ ਦਾ ਬੋਝ ਚੱਕਣ? ਭਾਈ ਦੇਖੋ, ਅਸੀਂ ਤਾਂ ਕੁਝ ਨਹੀਂ ਕਹਿ ਸਕਦੇ, ਉਹਨਾਂ ਨੂੰ ਜ਼ਿੰਮੇਵਾਰੀ ਆਪਣੇ ਆਪ ਲੈਣੀ ਚਾਹੀਦੀ ਹੈ। ਅਸੀਂ ਤਾਂ ਬਸ ਇਹੀ ਕਹਿ ਸਕਦੇ, ਐਪਲੀਕੇਸ਼ਨ ਦੇ ਸਕਦੇ ਆ, ਹੋਰ ਕੁਝ ਨਹੀਂ। ਬਸ ਉਹਨਾਂ ਕੋਲ ਬੇਨਤੀ ਕਰ ਸਕਦੇ ਆ, ਬਾਕੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਲੈਣੀ ਚਾਹੀਦੀ ਹੈ। ਕਰਨ ਜੀ ਨੇ ਸਾਨੂੰ ਦੱਸਿਆ ਕਿ ਕੌਂਸਲਰਸ ਨੂੰ ਖੁਦ ਬ ਖੁਦ ਆਪਣੀ ਜ਼ਿੰਮੇਵਾਰੀ ਚੱਕ ਕੇ ਵਾਰਡ ਦਾ ਡਿਵੈਲਪਮੈਂਟ ਦਾ ਹਿਸਾਬ ਅੱਗੇ ਰੱਖਣਾ ਚਾਹੀਦਾ। ਮੇਰਾ ਅੰਤਿਮ ਸਵਾਲ ਕਰਨ ਜੀ ਤੁਹਾਡੇ ਤੋਂ ਉਹ ਹੈ ਕਿ ਤੁਸੀਂ ਯੰਗ ਵੋਟਰ ਹੋ, ਤੁਸੀਂ ਚਾਹੁੰਦੇ ਹੋ ਕਿ ਕੋਈ ਉਮਰ ਨਿਰਧਾਰਿਤ ਕੀਤੀ ਜਾਵੇ ਕਿਉਂਕਿ ਯੰਗ ਦੇ ਅੰਦਰ ਜੋਸ਼ ਹੁੰਦਾ ਹੈ, ਭਾਵਨਾ ਹੁੰਦੀ ਹੈ ਆਪਣੇ ਵਾਰਡ ਦੀ, ਆਪਣੇ ਸ਼ਹਿਰ ਦੀ ਤਰੱਕੀ ਕਰਨ ਦੀ। ਕਿਆ ਕੋਈ ਇਹੋ ਜਿਹੀ ਉਮਰ ਨਿਰਧਾਰਿਤ ਕੀਤੀ ਜਾਵੇ ਕੌਂਸਲਰਾਂ ਲਈ? ਬਿਲਕੁਲ ਸਹੀ ਗੱਲ ਹੈ। ਯੰਗ ਕਿਹੜੇ ਹੁੰਦੇ ਆ, ਤੁਹਾਨੂੰ ਕਈ ਸੋਚਣਾ ਆਉਂਦੇ ਆ, ਕੋਈ ਨਵੇਂ ਸੋਚਣਾ ਆਉਂਦੇ ਆ, ਨਵੀਂ ਸੋਚਣਾ ਆਉਂਦੇ ਆ ਕਿਹੜੇ ਤੁਹਾਨੂੰ ਉਹਨਾਂ ਕੋਲ ਵੀ ਸਲਾਹ ਲੈਣੀ ਪੈਂਦੀ ਹੈ। ਜ਼ਰੂਰੀ ਨਹੀਂ ਯੰਗ ਤੁਹਾਨੂੰ ਕੋਈ ਸਲਾਹ ਚੰਗੀ ਦਿੰਦਾ, ਕੋਈ ਬਹੁਤ ਵਧੀਆ ਦੂਜੀ ਦਿੰਦਾ ਵਾ। ਹਰ ਇੱਕ ਦੀ ਸਲਾਹ ਲੈਣੀ ਪੈਂਦੀ ਹੈ। ਬਾਕੀ ਇਹ ਯੰਗ ਵਾਸਤੇ ਬੈਸਟ ਹੈ। ਇਹ ਹੈ ਸਾਡੇ ਵਿੱਚ ਕਰਨ ਜੀ, ਜਿਨ੍ਹਾਂ ਨੇ ਦੱਸਿਆ ਕਿ ਯੰਗ ਔਰ ਐਕਸਪੀਰੀਅੰਸ ਦੋਨਾਂ ਦਾ ਹੀ ਮਿਸ਼ਰਣ ਚਾਹੀਦਾ ਹੈ ਵਾਰਡ ਦੀ ਤਰੱਕੀ ਦੇ ਲਈ। ਕਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ KBC ਦੀ ਟੀਮ ਵੱਲੋਂ ਔਰ KBC ਵੱਲੋਂ। ਕਰਨ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਅਸੀਂ ਅੱਜ ਗੁੜ ਮੰਡੀ 'ਚ ਹਾਂ, ਬਹੁਤ ਵਿਅਸਤਮ ਬਾਜ਼ਾਰਾਂ ਦੇ ਵਿੱਚੋਂ ਇੱਕ ਹੈਗਾ ਤੇ ਸਾਡੇ ਵਿੱਚ ਨੌਜਵਾਨ ਦੁਕਾਨਦਾਰ ਨੇ। ਅਸੀਂ ਇਹਨਾਂ ਦੇ KBC ਦੇ ਲਈ ਕੁਝ ਵਿਚਾਰ ਜਾਣਨੇ ਚਾਹਾਂਗੇ। ਤੁਹਾਡਾ ਸ਼ੁਭ ਨਾਮ ਜੀ? ਅਮਨ ਕੁਮਾਰ। ਅਮਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ KBC ਦੀ ਟੀਮ ਵੱਲੋਂ ਤੇ KBC ਪ੍ਰੋਗਰਾਮ ਵੱਲੋਂ। ਅਮਨ ਜੀ, ਚੁਣਾਵੀ ਮਾਹੌਲ ਸ਼ੁਰੂ ਹੋ ਚੁੱਕਾ ਹੈ, ਚੁਣਾਵੀ ਬੁਖਾਰ ਚੜ੍ਹਨ ਵਾਲਾ ਹੈ। ਅਸੀਂ ਬਹੁਤ ਚਰਚਾਵਾਂ ਕਰਦੇ ਹਾਂ ਦੁਕਾਨ ਤੇ ਬੈਠ ਕੇ। ਇਹ ਦੱਸੋ ਕਿ ਕਿਹੋ ਜਿਹਾ ਕੌਂਸਲਰ ਤੁਸੀਂ ਆਪਣੇ ਵਾਰਡ 'ਚ ਦੇਖਣਾ ਚਾਹੋਗੇ? ਅਸੀਂ ਜੀ ਇੱਦਾਂ ਦਾ ਕੌਂਸਲਰ ਦੇਖਣਾ ਚਾਹਾਂਗੇ ਜੋ ਕਿ ਜਨਤਾ ਲਈ ਕੰਮ ਕਰੇ, ਜਨਤਾ ਦੀਆਂ ਜੋ ਵੀ ਹੈਗਾ ਸੜਕਾਂ ਸੁਲਗਾ ਬਣਾਵੇ, ਸਫਾਈ ਰੱਖੇ, ਲੋਕਾਂ ਦੀ ਸੁਣੇ। ਇੱਦਾਂ ਦਾ ਕੌਂਸਲਰ ਚਾਹੀਦਾ ਸਾਨੂੰ। ਇਹ ਦੱਸ ਰਹੇ ਨੇ ਕਿ ਇਹੋ ਜਿਹਾ ਕੌਂਸਲਰ ਚਾਹੀਦਾ ਹੈ ਜਿਹੜੀ ਜਨਤਾ ਦੀ ਗੱਲ ਸੁਣੇ। ਅਮਨ ਜੀ, ਜਰਨਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜੇ ਕੌਂਸਲਰਸ ਨੇ ਉਹ ਬੜੇ ਚਿਰ ਤੱਕ ਆਪਣੇ ਵਾਰਡ 'ਚ ਨਜ਼ਰ ਨਹੀਂ ਆਉਂਦੇ। ਇਹੋ ਜਿਹੇ ਕੌਂਸਲਰਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਇੱਦਾਂ ਦੇ ਕੌਂਸਲਰ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਸਾਨੂੰ ਜਨਤਾ ਜਿਤਾਉਂਦੀ ਹੈ ਤਾਂ ਅਸੀਂ ਉਹਨਾਂ ਲਈ ਕੰਮ ਕਰੀਏ। ਬਸ ਇਹੀ ਕਹਿਣਾ ਚਾਹੁੰਦਾ ਉਹਨਾਂ ਨੂੰ।
ਅਮਨ ਜੀ ਨੇ ਬਹੁਤ ਵਧੀਆ ਦੱਸਿਆ ਕਿ ਅਸਲ ਲੋਕਤੰਤਰ ਦੇ ਵਿੱਚ ਜਨਤਾ ਹੀ ਹੀਰੋ ਹੈ, ਜਨਤਾ ਹੀ ਤਾਜ ਲਾਂਦੀ ਹੈ ਤੇ ਜਨਤਾ ਹੀ ਤਾਜ ਬਦਲ ਦਿੰਦੀ ਹੈ। ਕਰਨ ਜੀ, ਮੇਰਾ ਇੱਕ ਸਵਾਲ ਤੁਹਾਡੇ ਤੋਂ ਹੋਰ ਇਹ ਹੈ ਕਿ ਕਿਆ ਯੰਗ ਕੌਂਸਲਰਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਕਿ ਉਹ ਜੋਸ਼ ਦੇ ਵਿੱਚ ਆ ਕੇ ਆਪਣੇ ਸ਼ਹਿਰ ਔਰ ਵਾਰਡ ਦਾ ਵਿਕਾਸ ਕਰਨ? ਹਾਂਜੀ, ਮੈਨੂੰ ਲੱਗਦਾ ਹੈ ਕਿ ਜੰਗ ਕੌਂਸਲਰ ਨੂੰ ਅੱਗੇ ਕਰਨਾ ਚਾਹੀਦਾ ਹੈ, ਕਿਉਂਕਿ ਜੰਗ ਬੰਦਾ ਜ਼ਿਆਦਾ ਸੋਚਦਾ, ਜ਼ਿਆਦਾ ਤਰੱਕੀ ਬਾਰੇ, ਨਵੀਆਂ ਚੀਜ਼ਾਂ ਬਾਰੇ ਸੋਚਦਾ ਆ। ਇਸ ਕਰਕੇ ਮੈਨੂੰ ਲੱਗਦਾ ਕਿ ਜੰਗ ਬੰਦੇ ਨੂੰ ਜ਼ਿਆਦਾ ਅੱਗੇ ਕਰਨਾ ਚਾਹੀਦਾ ਹੈ। ਕਰਨ ਜੀ ਨੇ ਬਹੁਤ ਵਧੀਆ, ਅਮਨ ਜੀ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਯੰਗ ਜਿਹੜੇ ਕੌਂਸਲਰਸ ਹੈ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਹੈ ਔਰ ਜਿਹੜੇ ਐਕਸਪੀਰੀਅੰਸ ਕੌਂਸਲਰਸ ਹੈ ਉਹਨਾਂ ਦਾ ਵੀ ਸਹਿਯੋਗ ਔਰ ਸਾਥ ਲੈ ਕੇ ਵਿਕਾਸ ਵੱਲ ਵਧਣਾ ਚਾਹੀਦਾ ਹੈ। ਅਮਨ ਜੀ, ਮੇਰਾ ਇੱਕ ਸਵਾਲ ਤੁਹਾਡੇ ਤੋਂ ਇਹ ਹੈ ਕਿ ਸਾਡੇ ਕਾਰਪੋਰੇਸ਼ਨ 'ਚ 50 ਕੌਂਸਲਰ ਨੇ ਜਿਹੜੇ ਚੁਣਨ ਵਾਲੇ ਨੇ, ਕਿਆ ਅਸੀਂ ਕੋਈ ਸਪੋਰਟਸ ਕੋਟਾ ਵੀ ਰੱਖੀਏ, ਸਪੋਰਟਸ ਕੋਟੇ ਤੋਂ ਵੀ ਕੌਂਸਲਰ ਲੈ ਕੇ ਆਈਏ ਤਾਂ ਕਿ ਨਸ਼ੇਬੰਦੀ ਤੇ ਔਰ ਸਪੋਰਟਸ ਵੱਲ ਵਧਾਵਾ ਦਿੱਤਾ ਜਾਵੇ ਔਰ ਨਸ਼ੇਬੰਦੀ ਤੇ ਲਗਾਮ ਲਾਈ ਜਾਵੇ? ਹਾਂਜੀ, ਲੱਗਦਾ ਹੈ ਲਿਆਉਣਾ ਚਾਹੀਦਾ ਹੈ। ਜਿਹੜਾ ਸਪੋਰਟਸ ਕੋਟੇ ਵਾਲਾ ਬੰਦਾ ਆ ਉਹ ਜ਼ਿਆਦਾ ਸੋਚਦਾ ਹੈ, ਨਸ਼ਿਆਂ ਤੋਂ ਦੂਰ ਰਹਿਣ ਨੂੰ ਕਹਿੰਦਾ ਬੰਦਿਆਂ ਨੂੰ, ਬਾਕੀ ਉਹ ਖੇਡਾਂ ਵਾਲੇ ਪਾਸੇ ਜ਼ਿਆਦਾ ਉਹਨਾਂ ਨੂੰ ਕਹਿੰਦਾ ਰੱਖਣ ਨੂੰ। ਸਾਨੂੰ ਲੱਗਦਾ ਕਿ ਲਿਆਉਣਾ ਚਾਹੀਦਾ ਅੱਗੇ ਬੰਦੇ ਨੂੰ। ਕਿਆ ਸ਼ਹਿਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਟੇਡੀਅਮ ਔਰ ਪਾਰਕ ਬਣਾਏ ਜਾਣ ਤਾਂ ਕਿ ਜਿਹੜਾ ਯੂਥ ਹੈ ਉਹਦਾ ਧਿਆਨ ਗੇਮਾਂ ਵੱਲ, ਸਪੋਰਟਸ ਵੱਲ ਲੱਗੇ ਤਾਂ ਕਿ ਉਹ ਆਪਣੇ ਸ਼ਹਿਰ ਦਾ ਵਧੀਆ ਨਾਗਰਿਕ ਬਣੇ, ਦੇਸ਼ ਦਾ ਨਾਮ, ਸਟੇਟ ਦਾ ਨਾਮ ਉੱਚਾ ਕਰੇ? ਹਾਂਜੀ, ਲੱਗਦਾ ਹੈ ਹਰ ਸ਼ਹਿਰ ਦੇ ਵੀ ਲਾਗੇ ਛਾਗੇ ਜਿੰਨੇ ਵੀ ਹੋਣੇ ਚਾਹੀਦੇ ਸਟੇਡੀਅਮ, ਪਾਰਕ ਹੋਣੇ ਚਾਹੀਦੇ ਤਾਂ ਕਿ ਬੰਦੇ ਨੂੰ ਲੱਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੇ ਤਾਂ ਖੇਡਾਂ ਵੱਲ ਜ਼ਿਆਦਾ ਧਿਆਨ ਦੇਵੇ। ਮੈਨੂੰ ਲੱਗਦਾ ਕਿ ਜ਼ਿਆਦਾ ਹੋਣੇ ਚਾਹੀਦੇ, ਸਟੇਡੀਅਮ ਹੋਣੇ ਚਾਹੀਦੇ ਆ। ਇਹ ਸੀ ਸਾਡੇ ਵਿੱਚ ਅਮਨ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ। ਮੈਂ ਅਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ KBC ਦੇ ਦਰਸ਼ਕਾਂ ਵੱਲੋਂ ਤਾਂ KBC ਦੀ ਟੀਮ ਵੱਲੋਂ। ਅਮਨ ਜੀ, ਥੈਂਕ ਯੂ ਵੈਰੀ ਮੱਚ। ਧੰਨਵਾਦ। ਸਾਡੇ ਵਿੱਚ ਨੇ ਸ਼੍ਰੀ ਗੌਰਵ ਜੀ। ਗੌਰਵ ਜੀ ਇੱਕ ਬਹੁਤ ਹੀ ਅੱਛੀ ਕਰਿਆਨੇ ਦੀ ਦੁਕਾਨ ਕਰਦੇ ਨੇ ਤੇ ਬਹੁਤ ਹੀ ਵਧੀਆ ਯੰਗ ਕੈਂਡੀਡੇਟ ਨੇ, ਯੰਗ ਵਧੀਆ ਸਿਟੀਜ਼ਨ ਨੇ, ਸ਼ਹਿਰ ਦੇ ਵੋਟਰ ਨੇ। ਗੌਰਵ ਜੀ, ਐਜ਼ ਏ ਯੰਗ ਮੈਨ ਤੁਸੀਂ ਕਿਹੋ ਜਿਹਾ ਕੌਂਸਲਰ ਆਪਣੇ ਵਾਰਡ 'ਚ ਦੇਖਣਾ ਚਾਹੋਗੇ? ਕੌਂਸਲਰ बढ़िया होना चाहिए ਵਾ, ਉਹਨੂੰ ਆਪਣੇ ਕੰਮ ਦੇ ਨਾਲ ਪ੍ਰਤੀ ਵਿਚਾਰ ਰੱਖਣੇ ਚਾਹੀਦੇ ਕਿ ਰਿਸਪੌਂਸਿਬਿਲਿਟੀਜ਼ ਜੋ ਮਿਲੀਆਂ ਹੋਈਆਂ ਰਿਸਪੌਂਸਿਬਿਲਿਟੀ ਨੂੰ ਪੂਰਾ ਕਰਨਾ ਚਾਹੀਦਾ ਤੇ ਉਹਨਾਂ ਦੇ ਵਿੱਚ ਰਿਸਪੌਂਸਿਬਿਲਿਟੀ ਨੂੰ ਵਧਾਉਣਾ ਚਾਹੀਦਾ ਵਾ ਕਿ ਜਿਹੜਾ ਸਾਨੂੰ ਕੰਮ ਕੇ ਲਈ ਜਿੱਦਾਂ ਸਿਕਿਉਰ ਹੋ ਗਿਆ, ਡਰਟੀ ਜਿਹੜਾ ਮਤਲਬ ਗੰਦ ਆ ਉਹਨਾਂ ਨੂੰ ਸਾਫ਼ ਸਹੀ ਟਾਈਮ 'ਤੇ ਉਹਨੂੰ ਸਹੀ ਕਰਨਾ ਚਾਹੀਦਾ ਕਿ ਉਹ ਆਪਣੇ ਕਸਟਮਰ ਨੂੰ ਕੋਈ ਨਾਰਾਜ਼ਗੀ ਨਾ ਆ ਸਕੇ ਜਾਂ ਨੀਟ ਐਂਡ ਕਲੀਨ ਕਰਨਾ ਚਾਹੀਦਾ ਵਾ, ਜਿਸ ਕਾਰਨ। ਗੌਰਵ ਜੀ ਕਹਿ ਰਹੇ ਨੇ ਕਿ ਕੌਂਸਲਰ ਨੂੰ ਸਫਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਗੌਰਵ ਜੀ, ਮੇਰਾ ਅਗਲਾ ਪ੍ਰਸ਼ਨ ਤੁਹਾਡੇ ਤੋਂ ਇਹ ਹੈ ਕਿ ਜਿਹੜੇ ਕੌਂਸਲਰਸ ਨੇ ਜਨਰਲੀ ਕਾਫੀ ਟਾਈਮ ਦੇ ਵਿੱਚ ਆਪਣੇ ਵਾਰਡ 'ਚ ਨਜ਼ਰ ਨਹੀਂ ਆਉਂਦੇ, ਇਹੋ ਜਿਹੇ ਕੌਂਸਲਰਸ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਕੌਂਸਲਰ ਨੂੰ ਇਹ ਸਲਾਹ ਦੇਣਾ ਚਾਹੁੰਦਾ ਹੈ ਕਿ ਤੁਸੀਂ ਆਪਣੇ ਜੋ ਕੰਮ ਮਿਲਿਆ ਉਹਨੂੰ ਤੁਸੀਂ ਰਿਸਪੌਂਸਿਬਿਲਿਟੀ ਨਾਲ ਪੂਰਾ ਕਰਨਾ ਚਾਹੀਦਾ ਕਿ ਤੁਸੀਂ ਅਗਰ ਇੱਕ ਵਾਰੀ ਵੋਟ ਲੈ ਲੈਂਦੇ ਉਸ ਤੋਂ ਬਾਅਦ ਨਹੀਂ ਆਉਂਦੇ ਇਹ ਤਾਂ ਤੁਹਾਡੀ ਦੀ ਗਲਤ ਫੈਮਿਲੀ ਆ ਕਿ ਅੱਗੇ ਤਾਂ ਤੁਹਾਡੀ ਜਿਹੜੀ ਰੈਪੂਟੇਸ਼ਨ ਆ ਉਹ ਖਰਾਬ ਹੁੰਦੀ ਆ। ਫਸਟਲੀ ਤਾਂ ਇਹੀ ਮਤਲਬ ਹੁੰਦਾ ਕਿ ਤੁਸੀਂ ਅਗਰ ਵੋਟ ਲੈਣਾ ਚਾਹੁੰਦੇ ਆ, ਤੁਸੀਂ ਆਪਣੇ ਪੀਪਲ ਨੂੰ ਤੁਸੀਂ ਸਹੀ ਰੱਖਣਾ ਚਾਹੁੰਦੇ ਹੋ, ਉਹਨਾਂ ਨੂੰ ਦੇਖ ਰਿਸਪੌਂਸਿਬਿਲਿਟੀ ਪਹਿਲੇ ਤਾਂ ਅਗਰ ਤੁਹਾਨੂੰ ਸਲਾਹ ਚਾਹੀਦੀ, ਸੁਜੈਸ਼ਨ ਚਾਹੀਦੀ, ਉਹਨਾਂ ਨੂੰ ਸੁਜੈਸ਼ਨ ਵੀ ਵਧੀਆ ਮਿਲ ਸਕੇਗੀ। ਬਹੁਤ ਵਧੀਆ ਦੱਸਿਆ ਕਿ ਵੋਟਰਾਂ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਵੋਟਰ ਹੀ ਲੋਕਤੰਤਰ ਦੇ ਅਸਲ ਹੀਰੋ ਨੇ। ਅਗਰ ਹੀਰੋਜ਼ ਦਾ ਧਿਆਨ ਰੱਖਿਆ ਜਾਏਗਾ ਤੇ ਜਿਹੜਾ ਚੁਣਾਵ ਦਾ ਰਾਜਨੀਤੀ ਦਾ ਜਿਹੜਾ ਫਿਕਰ ਹੈਗਾ ਉਹ ਜ਼ਿਆਦਾ ਨਹੀਂ ਹੋਏਗਾ ਕਿਉਂਕਿ ਵੋਟ ਖੁਦ ਬ ਖੁਦ ਕੰਮ ਨੂੰ ਚੱਲ ਕੇ ਆਉਂਦਾ ਹੈ। ਗੌਰਵ ਜੀ, ਮੇਰਾ ਇੱਕ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਿਵੇਂ ਕਾਰਪੋਰੇਸ਼ਨਾਂ ਦੇ ਵਿੱਚ ਕਾਫੀ ਫੰਡ ਆਉਂਦੇ ਨੇ ਔਰ ਕਾਰਪੋਰੇਸ਼ਨਾਂ ਦੇ ਵਿੱਚ ਸਾਨੂੰ ਇਹ ਜਵਾਬ ਮਿਲਦਾ ਹੈ ਕਿ ਜੀ ਸਾਡੇ ਕੋਲ ਫੰਡ ਨਹੀਂ ਹੈ, ਡਿਵੈਲਪਮੈਂਟ ਨਹੀਂ ਹੋ ਸਕਦੀ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ। ਕਿਆ ਕਾਰਪੋਰੇਸ਼ਨ ਦੀ ਜਿਹੜੀ ਵਰਕਿੰਗ ਹੈ ਉਹ ਡਿਜੀਟਲਾਈਜ਼ਡ ਹੋਵੇ? ਕਿਆ ਉਹਨਾਂ ਦੇ ਜਿਹੜੇ ਅਕਾਊਂਟਸ ਹੈ ਵਾਰਡ ਵਾਈਜ਼ ਕਿੰਨਾ ਪੈਸਾ ਆ ਰਿਹਾ ਹੈ, ਕਿਆ ਉਹਦਾ ਗਿਆਨ ਆਮ ਵਾਰਡ ਦੇ ਬਛਿੰਦੇ ਨੂੰ ਦਿੱਤਾ ਜਾਵੇ? ਕੀ ਤੁਸੀਂ ਇਹੋ ਜਿਹੇ ਪ੍ਰੋਗਰਾਮ ਦੀ ਸਪੋਰਟ ਕਰਦੇ ਹੋ? ਯੈਸ ਹਾਂ, ਮੈਂ ਬਿਲਕੁਲ ਸਪੋਰਟ ਕਰਦਾ ਕਿ ਅਗਰ ਡਿਜੀਟਲ ਹੋ ਰਿਹਾ ਵਾ, ਅਗਰ ਗਵਰਨਮੈਂਟ ਤੁਹਾਨੂੰ ਪੈਸੇ ਫੰਡ ਦਿੰਦੀ ਆ, ਤੁਸੀਂ ਉਹਦਾ ਸਹੀ ਯੂਜ਼ ਕਰੋ ਕਿ ਯੂਜ਼ ਅਗਰ ਤੁਸੀਂ ਸਹੀ ਕਰੋਗੇ ਤਾਂ ਤੁਹਾਡੇ ਸ਼ਹਿਰ ਦੇ ਵਿੱਚ ਡਿਵੈਲਪ ਹੋਊਗੀ, ਡਿਵੈਲਪਿੰਗ ਮਤਲਬ ਹੋਊਗੀ ਸਿਟੀ। ਅਤੇ ਤੁਸੀਂ ਅਗਰ ਉਹ ਕਹੋਗੇ ਕਿ ਫੰਡ ਖਾਲੀ ਹੈ ਜਾਂ ਖਜ਼ਾਨਾ ਖਾਲੀ, ਉਸ ਦੇ ਨਾਲ ਤਾਂ ਕੋਈ ਗੱਲ ਨਹੀਂ ਚੱਲਣੀ ਕਿਉਂਕਿ ਟਾਈਮ ਇਜ਼ ਚੇਂਜ ਹੋ ਰਿਹਾ, ਟਾਈਮ ਇਜ਼ ਰਨਿੰਗ ਫਾਸਟ, ਟਾਈਮ ਇਜ਼ ਵੈਰੀ ਫਾਸਟ ਨਾਓ। ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ
ਸਾਡੇ ਆਉਣ ਵਾਲੇ ਜਿਹੜੇ ਕਾਉਂਸਲਰਸ ਹੈ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਯੰਗ ਵੋਟਰ ਨੇ, ਸਾਡੇ ਸ਼ਹਿਰ ਦੇ ਜਿਹੜੇ ਰੈਜ਼ੀਡੈਂਟਸ ਨੇ, ਉਹ ਕੀ ਸੋਚਦੇ ਨੇ ਔਰ ਕੀ ਐਕਸਪੈਕਟੇਸ਼ਨ ਰੱਖਦੇ ਨੇ ਆਪਣੇ ਕਾਉਂਸਲਰ ਤੋਂ। ਸਾਡੇ ਕਾਉਂਸਲਰਸ ਨੇ ਬਹੁਤ ਅੱਛਾ ਕੰਮ ਕੀਤਾ ਹੈ। ਇਸ ਪ੍ਰੋਗਰਾਮ ਦਾ ਮਕਸਦ ਸਿਰਫ ਅਵੇਅਰਨੈਸ ਨੂੰ ਲਿਆਉਣਾ ਹੈ ਤੇ ਪ੍ਰੋਬਲਮਾਂ ਨੂੰ ਜਾਗਰਿਤ ਕਰਨਾ ਹੈ। ਗੌਰਵ ਜੀ, ਮੇਰਾ ਇੱਕ ਸਵਾਲ ਹੋਰ ਹੈ ਤੁਹਾਡੇ ਤੋਂ ਕਿ ਕਿਆ ਮਹਿਲਾਵਾਂ ਦੀ ਭਾਗੀਦਾਰੀ ਸਾਡੇ ਕਾਰਪੋਰੇਸ਼ਨ ਦੇ ਵਿੱਚ ਅੱਗੇ ਤੋਂ ਜ਼ਿਆਦਾ ਕੀਤੀ ਜਾਵੇ, ਕਿਉਂਕਿ ਅਸੀਂ ਦੇਖ ਰਹੇ ਹਾਂ ਮਹਿਲਾਵਾਂ MP ਔਰ MLA ਕਾਫੀ ਨੰਬਰ ਦੇ ਵਿੱਚ ਵੱਧ ਰਹੀਆਂ ਹੈ। ਕਿਆ ਵਾਰਡ ਦੇ ਵਿੱਚ ਅਸੀਂ ਉਹਨਾਂ ਦੀ ਭਾਗੀਦਾਰੀ ਨੂੰ ਹੋਰ ਜ਼ਿਆਦਾ ਵਧੀਆ ਕਰੀਏ ਤੇ ਸੁਨਿਸ਼ਚਿਤ ਕਰੀਏ ਕਿ ਉਹ ਸ਼ਹਿਰ ਦੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਹਾਂਜੀ, ਇਹ ਤਾਂ ਬਿਲਕੁਲ ਹੈ ਕਿ ਵੂਮਨ ਨੂੰ ਅੱਗੇ ਆਉਣਾ ਚਾਹੀਦਾ ਵਾ, ਕਿਉਂਕਿ ਉਹਨਾਂ ਨੂੰ ਵੀ ਆਪਣਾ ਯੋਗਦਾਨ ਕਰਨਾ ਚਾਹੀਦਾ ਕਿ ਉਹਨਾਂ ਨੂੰ ਵੀ ਜਿਹੜੀ ਰਿਸਪੌਂਸਿਬਿਲਟੀ, ਅਗਰ ਇੱਕ ਮੈਨ ਅਗਰ ਰਿਸਪੌਂਸਿਬਿਲਟੀ ਨਿਭਾ ਸਕਦਾ ਤੇ ਵੂਮਨ ਵੀ ਇੱਕ ਤਰ੍ਹਾਂ ਨਿਭਾ ਸਕਦੀ। ਤੁਸੀਂ ਅੱਜ ਸਮਾਂ ਦੇਖ ਲਓ, ਚੇਂਜਿੰਗ ਇਜ਼ ਐਵਰੀਥਿੰਗ ਇਜ਼ ਚੇਂਜ, ਕਿਉਂਕਿ ਅਸੀਂ ਪਹਿਲੇ ਸੋਚਦੇ ਸੀ ਕਿ ਮਰਦ ਹੀ ਅੱਗੇ ਆਉਂਦੇ ਆ, ਕਿ ਹੁਣ ਤਾਂ ਵੂਮਨ ਵੀ ਉਹਨਾਂ ਨਾਲ ਇੱਕ ਹਿੱਸਾ ਬਣ ਗਈ ਹੈ। ਤੁਸੀਂ ਬਾਹਰਲੀ ਕੰਟਰੀਆਂ 'ਚ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਦਾ ਕੰਮ ਕਰਦੀਆਂ ਨੇ, ਤੇ ਉਹਨਾਂ ਨੂੰ ਵੀ ਆ ਕੇ ਆਪਣੀ ਵੋਟਰ ਦੀ ਕਰਨਾ ਚਾਹੀਦਾ, ਪੀਪਲ ਦਾ ਦੇਖਣਾ ਚਾਹੀਦਾ ਕਿ ਬਹੁਤ ਵਧੀਆ ਦੱਸਿਆ ਕਿ ਜਿਵੇਂ ਵੂਮਨਸ ਸਮਾਜ ਦੇ ਹਰ ਹਿੱਸੇ ਦੇ ਵਿੱਚ ਅੱਗੇ ਵਧ ਰਹੀਆਂ, ਉਵੇਂ ਹੀ ਉਹਨਾਂ ਨੂੰ ਕਾਰਪੋਰੇਸ਼ਨ 'ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਸ਼ਹਿਰ ਦਾ ਵਿਕਾਸ ਹੋ ਸਕੇ। ਮੇਰਾ ਜਾਂਦੇ ਜਾਂਦੇ ਇੱਕ ਅੰਤਿਮ ਸਵਾਲ ਛੋਟਾ ਜਿਹਾ ਇਹ ਹੈਗਾ ਕਿ ਕਿਆ ਜਿਹੜਾ ਹੁਸ਼ਿਆਰਪੁਰ ਤੇ ਇੱਕ ਧੱਬਾ ਲੱਗਾ ਹੈ, ਗੰਦਾ ਸ਼ਹਿਰ ਹੈ, ਤੁਸੀਂ ਆਉਣ ਵਾਲੇ ਇਲੈਕਸ਼ਨ 'ਚ ਹੋਣ ਵਾਲੇ ਕਾਉਂਸਲਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵਿਦ ਬੈਸਟ ਵਿਸ਼ੇਸ ਕਿ ਇਸ ਧੱਬੇ ਨੂੰ ਧੋਇਆ ਜਾਵੇ? ਕਿ ਅਸੀਂ ਦੇਖਦੇ ਹਾਂ ਕਿ ਹਰੇਕ ਕੋਈ, ਅਗਰ ਅਸੀਂ ਬਾਹਰ ਕਿਤੇ ਚੰਡੀਗੜ੍ਹ ਵਗੈਰਾ ਸਾਈਡ ਜਾਈਦਾ ਜਾਂ ਅਗਰ ਅਸੀਂ ਕਿਸੇ ਹੋਰ ਸਿਟੀ ਦੇ ਵਿੱਚ ਜਾਂਦੇ ਹਾਂ, ਕਿ ਹੁਸ਼ਿਆਰਪੁਰ ਦੀ ਜਿਹੜੀ ਰੈਪੂਟੇਸ਼ਨ ਆ ਉਹ ਬਿਲਕੁਲ ਖ਼ਰਾਬ ਆ, ਕਿਉਂਕਿ ਉਸ ਲੋਕਾਂ ਨੇ ਬਣਾਈ ਹੋਈ ਹੈ ਕਿ ਰੈਪੂਟੇਸ਼ਨ ਇੱਥੇ ਕੁਝ ਨਹੀਂ ਹੈ, ਫਲਾਈਓਵਰ ਨਹੀਂ ਹੈ ਜਾਂ ਇੱਥੇ ਕੁਝ ਆਉਣਾ ਚਾਹੀਦਾ, ਕਿ ਵਿਕਾਸ ਮਤਲਬ ਤਰੱਕੀ ਹੋਣੀ ਚਾਹੀਦੀ ਹੈ, ਕਿਉਂਕਿ ਸਾਡਾ ਸ਼ਹਿਰ ਇੱਕ ਛੋਟਾ ਜਿਹਾ ਅਗਰ ਇਹ ਸੋਚਿਆ ਜਾਵੇ ਤਾਂ ਇੱਥੇ ਕੋਈ ਇੰਡਸਟਰੀ ਅਸੀਂ ਮੰਨ ਸਕਦੇ, ਕੋਈ ਵੱਡੇ ਵੱਡੇ ਮਾਲਸ ਜਾਂ ਕੁਛ ਇੱਦਾਂ ਦੀ ਚੀਜ਼ਾਂ ਨਹੀਂ ਹੈਗੇ ਜਿਹੜਾ ਉਹਨਾਂ ਵਿਕਾਸ ਹੋ ਸਕੇ। ਬਹੁਤ ਵਧੀਆ ਵਿਚਾਰ ਦਿੱਤੇ ਗੌਰਵ ਜੀ ਨੇ ਕਿ ਜਿਹੜਾ ਧੱਬਾ ਸਾਡੇ ਸ਼ਹਿਰ ਤੇ ਲੱਗਾ ਹੈ, ਸਾਫ ਸਫਾਈ ਬਹੁਤ ਜ਼ਿਆਦਾ ਘੱਟ ਹੈ। ਆਉਣ ਵਾਲੇ ਕਾਉਂਸਲਰਸ ਪ੍ਰਣ ਲੈਣਗੇ ਕਿ ਇਹ ਧੱਬੇ ਨੂੰ ਧੋਤਾ ਜਾਵੇ ਤੇ ਹੁਸ਼ਿਆਰਪੁਰ ਸ਼ਹਿਰ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਵੱਲ ਲੈ ਕੇ ਜਾਇਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਗੌਰਵ ਜੀ। ਥੈਂਕ ਯੂ। KBC ਦੀ ਟੀਮ ਵੱਲੋਂ, KBC ਦੇ ਦਰਸ਼ਕਾਂ ਵੱਲੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਗੌਰਵ ਜੀ। ਥੈਂਕ ਯੂ ਵੈਰੀ ਮਚ। वेलकम टू KBC। कौन बनेगा काउंसलर म्यूनसिपल कॉरपोरेशन इलैक्शंस 2021 ਹੁਸ਼ਿਆਰਪੁਰ। ਗੁਪਤਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ KBC ਦੇ ਪ੍ਰੋਗਰਾਮ ਦੇ ਉੱਤੇ। ਥੈਂਕ ਯੂ ਜੀ। ਗੁਪਤਾ ਜੀ, ਅਸੀਂ ਅੱਜ ਗੁੜ ਮੰਡੀ ਦੇ ਵਿੱਚ ਹਾਂ, ਵਿਅਸਤਮ ਬਾਜ਼ਾਰਾਂ ਦੇ ਵਿੱਚ ਕਿਹਾ। ਗੁਪਤਾ ਜੀ, ਸਾਡੇ ਬਹੁਤ ਵਧੀਆ ਸ਼ਹਿਰ ਦੇ ਸਿਟੀਜ਼ਨ ਨੇ ਤੇ ਨਾਗਰਿਕ ਨੇ। ਗੁਪਤਾ ਜੀ, ਮੇਰੇ ਸਵਾਲ ਬੜੇ ਛੋਟੇ ਛੋਟੇ ਹੈ ਕਿ ਚੁਣਾਵੀ ਮਾਹੌਲ 2021 ਸ਼ੁਰੂ ਹੋ ਚੁੱਕਾ ਹੈ। ਵੈਸੇ ਤਾਂ ਸਾਡੇ ਦੇਸ਼ 'ਚ ਹਰ ਵੇਲੇ ਹੀ ਚੁਣਾਵ ਹੈ, ਕਦੀ ਕਾਰਪੋਰੇਸ਼ਨ ਦਾ, ਕਦੀ ਕਮੇਟੀਆਂ ਦਾ, ਕਦੀ ਲੋਕ ਸਭਾ ਦਾ, ਕਦੀ ਵਿਧਾਨ ਸਭਾ ਦਾ, ਕਦੀ ਗਵਰਨਰ ਬਣਾਏ ਜਾਂਦੇ ਹੈ, ਕਦੀ ਸੀਟਾਂ ਖਾਲੀ ਹੋ ਜਾਣ ਤੇ ਦੁਬਾਰਾ ਚੁਣਾਵ ਹੁੰਦੇ ਆ। ਕਿਹੋ ਜਿਹਾ ਕਾਉਂਸਲਰ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ ਲਈ? ਕੰਮ ਕਰਨ ਵਾਲਾ ਹੋਣਾ ਚਾਹੀਦਾ, ਕੋਈ ਵੀ ਹੋਵੇ, ਚਾਹੇ BJP ਚਾਹੇ ਕਾਂਗਰਸ, ਕੰਮ ਕਰਨ ਵਾਲਾ ਚਾਹੀਦਾ। ਗੁਪਤਾ ਜੀ, ਸਾਡੇ ਜਿਹੜੇ ਸਵਾਲ ਹੈ ਕਿਸੇ ਵੀ ਪਾਰਟੀ ਦੇ ਮੁਤਲਕ ਨਹੀਂ ਹੈ। ਸਾਡੇ ਸਵਾਲ ਸਿਰਫ ਲੋਕਾਂ ਦੀਆਂ ਭਾਵਨਾਵਾਂ, ਲੋਕ ਕੀ ਦੇਖ ਰਹੇ ਨੇ, ਕੀ ਚਾਹ ਰਹੇ ਨੇ ਆਪਣੇ ਕਾਉਂਸਲਰ ਤੋਂ, ਉਹਦੇ ਮੁਤਲਕ ਹੀ ਹੈ। ਗੁਪਤਾ ਜੀ, ਯੰਗ ਕਾਉਂਸਲਰ ਦੀ ਤੁਸੀਂ ਵਕਾਲਤ ਕਰਦੇ ਹੋ, ਬਨਸਪਤ ਜਿਹੜੇ ਬਹੁਤ ਓਲਡ ਹੋ ਗਏ ਨੇ, ਯੰਗ ਆਣੇ ਚਾਹੀਦੇ ਅੱਜ ਕੱਲ੍ਹ ਦੇ ਮਾਹੌਲ ਦੇ ਸਾਹਮਣੇ। ਜੋ ਅੱਜ ਕੱਲ੍ਹ ਦੇ ਮਾਹੌਲ ਦੇ ਸਾਹਮਣੇ ਯੰਗ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਯੰਗ ਕਾਉਂਸਲਰਸ ਨੂੰ ਮੌਕਾ ਮਿਲਣਾ ਚਾਹੀਦਾ ਹੈ, ਇਹ ਗੁਪਤਾ ਜੀ ਕਹਿ ਰਹੇ ਨੇ। ਜਿਹੜੇ ਸਾਡੇ ਪੁਰਾਣੇ ਕਾਉਂਸਲਰਸ ਨੇ, ਉਮਰ ਦਰਾਜ ਕਾਉਂਸਲਰਸ ਨੇ, ਉਹਨਾਂ ਦੇ ਐਕਸਪੀਰੀਅੰਸ ਦਾ ਪੂਰਾ ਫਾਇਦਾ ਚੱਕਿਆ ਜਾਵੇ। ਗੁਪਤਾ ਜੀ, ਮੇਰਾ ਇੱਕ ਸਵਾਲ ਹੋਰ ਇਹ ਹੈ ਕਿ ਅੱਜ ਸਾਡੇ ਵਾਰਡਾਂ 'ਚ ਜਿੰਨਾ ਪੈਸਾ ਆਉਂਦਾ ਹੈ ਵਾਰਡ ਦੇ ਕਿਸੇ ਵੀ ਨਾਗਰਿਕ ਨੂੰ ਉਹਦੇ ਬਾਰੇ ਪਤਾ ਨਹੀਂ ਹੈ, ਤੇ ਕਿਆ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਟਰਾਂਸਪੇਰੈਂਸੀ ਵੱਧ ਰਹੀ ਹੈ, ਸਾਡੇ ਵਾਰਡ ਦੇ ਵਿੱਚ ਕਿੰਨਾ ਪੈਸਾ ਆਇਆ, ਇਹ ਲੋਕਾਂ ਨੂੰ ਜਾਣਨ ਦਾ ਹੱਕ ਹੈ? ਬਿਲਕੁਲ ਹੱਕ ਹੈ ਜੀ। ਜਿਹਨਾਂ ਸੜਕਾਂ 'ਤੇ ਪੈਸਾ ਖਰਚਦੇ ਆ, ਪਤਾ ਲੱਗੇ ਕੀ ਕਰਦੇ ਕੀ ਨਹੀਂ ਕਰਦੇ। ਅੱਜ ਰਾਤ ਨੂੰ ਸੜਕ ਬਣ ਜਾਂਦੀ, ਸਵੇਰ ਟੁੱਟੀ ਹੁੰਦੀ ਹੈ। ਸੜਕ ਪੈਸਾ ਲਗਾਉਂਦੇ ਆ, ਕਿੱਥੇ ਜਾਂਦਾ ਹੈਗਾ ਸਹੀ? ਸੜਕ ਕਿਉਂ ਟੁੱਟਦੀ ਜੇ ਪੈਸਾ ਲੱਗਦਾ? ਬਹੁਤ ਵਧੀਆ ਸਵਾਲ ਕੀਤਾ ਕਿ ਇਹ ਪੈਸਾ ਟੈਕਸ ਪੇਅਰ ਪੈਸਾ ਹੈ।
ਜਿਹੜਾ ਕਿ ਦੁਕਾਨਦਾਰ ਔਰ ਜਿਹੜਾ ਨੌਕਰੀ ਪੇਸ਼ਾ ਆਪਣੀ ਹਾਰਡ ਕਮਾਈ ਤੋਂ ਸਰਕਾਰ ਨੂੰ ਦਿੰਦਾ ਹੈ। ਗੁਪਤਾ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਮਹਿਲਾਵਾਂ ਨੂੰ ਅੱਗੇ ਪ੍ਰੋਤਸਾਹਨ ਕਰਨ ਦੇ ਲਈ ਕਿਆ ਮਹਿਲਾਵਾਂ ਦੀ ਭਾਗੀਦਾਰੀ ਇਸ ਕਾਰਪੋਰੇਸ਼ਨ ਦੇ ਵਿੱਚ ਵਧਾਈ ਜਾਵੇ? ਬਿਲਕੁਲ ਵਧਾਉਣੀ ਚਾਹੀਦੀ ਹੈ ਜੀ, ਬਿਲਕੁਲ ਵਧਾਉਣੀ ਚਾਹੀਦੀ, ਸਭ ਨੂੰ ਮੌਕਾ ਮਿਲਣਾ ਚਾਹੀਦਾ। ਸਭ ਨੂੰ ਬਰਾਬਰ ਮੌਕਾ ਮਿਲਣ ਦਾ ਹੱਕ ਹੋਣਾ ਚਾਹੀਦਾ ਹੈ। ਗੁਪਤਾ ਜੀ, ਮੇਰਾ ਇੱਕ ਪ੍ਰਸ਼ਨ ਹੋਰ ਹੈ, ਬੜਾ ਛੋਟਾ ਜਿਹਾ ਪ੍ਰਸ਼ਨ ਹੈ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡਾ ਕੋਈ ਵਰਕਰ ਅਨਫੋਰਚੂਨੇਟਲੀ ਪਰਫਾਰਮ ਨਹੀਂ ਕਰ ਪਾਉਂਦਾ। ਅਸੀਂ ਦੇਖਦੇ ਹਾਂ ਕਿ ਕ੍ਰਿਕਟ ਮੈਚ ਦੇ ਵਿੱਚ 2 ਮੈਚਾਂ 'ਚ ਖਿਲਾੜੀ ਨਹੀਂ ਚੱਲਦਾ, ਹਾਕੀ 'ਚ ਕਿਸੇ ਖਿਲਾੜੀ ਕੋ ਪੈਨਲਟੀ ਕਾਰਨਰ ਤੇ ਗੋਲ ਨਹੀਂ ਹੁੰਦਾ ਤੇ ਮੈਨੇਜਮੈਂਟ ਉਹਨੂੰ ਬਾਹਰ ਕੱਢ ਕੇ ਬਿਠਾ ਦਿੰਦੀ ਹੈ। ਕਿਆ ਇਹ ਟਾਈਮ ਨਹੀਂ ਆ ਗਿਆ ਜਿਹੜੇ ਕਾਉਂਸਲਰ ਪਰਫਾਰਮ ਨਹੀਂ ਕਰ ਪਾਉਂਦੇ ਕਿਸੇ ਵੀ ਕਾਰਨ ਕਰਕੇ ਉਹਨਾਂ ਦੀ ਟਰਮ ਵਿੱਚ ਕੈਂਸਲ ਕੀਤੀ ਜਾਵੇ ਤੇ ਨਵੇਂ ਕਾਉਂਸਲਰ ਨੂੰ ਮੌਕਾ ਦਿੱਤਾ ਜਾਵੇ? ਬਿਲਕੁਲ ਦੇਣਾ ਚਾਹੀਦਾ। ਇਹ ਮੇਰਾ ਸਵਾਲ ਬਹੁਮੁੱਲੇ ਸਵਾਲ ਹੈ। ਮੈਂ ਚਾਹਾਂਗਾ ਕਿ ਇਹ 'ਤੇ ਥੋੜ੍ਹਾ ਜਿਹਾ ਪ੍ਰਕਾਸ਼ ਤੁਸੀਂ ਜ਼ਿਆਦਾ ਪਾਓ। ਦੇਖੋ, ਮੈਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਘੱਟ ਰੁੱਝਦਾ ਨਾ, ਮੈਨੂੰ ਹੈਗਾ ਘਰੋਂ ਰੋਟੀ ਮੌਕਾ ਦੇਣਾ ਚਾਹੀਦਾ ਹੈ। ਮੌਕਾ ਦੇਣਾ ਚਾਹੀਦਾ ਸੀ। ਘਰੋਂ ਰੋਟੀ ਕਮਾਉਣਾ ਸਾਡਾ ਇੱਧਰ ਹੀ ਧਿਆਨ ਹੁੰਦਾ, ਸਾਡਾ ਇਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਹੁੰਦਾ। ਬਹੁਤ ਵਧੀਆ ਗੁਪਤਾ ਜੀ ਨੇ ਦੱਸਿਆ ਕਿ ਇਹਨਾਂ ਦਾ ਜ਼ਿਆਦਾ ਟਾਈਮ ਆਪਣੇ ਬਿਜ਼ਨਸ ਦੇ ਫੋਕਸ ਦੇ ਉੱਤੇ ਹੈ, ਪਰ ਫਿਰ ਵੀ ਕਰਾਂਗੇ ਤਾਂ ਅਸੀਂ ਇਹਨਾਂ ਨੂੰ ਕਰਾਂਗੇ ਅੱਗੇ, ਬਟ ਫਿਰ ਵੀ ਬਿੱਲ ਭੇਜ ਦਿੰਦੇ, ਕਦੀ ਆਹ ਬਿੱਲ ਦਿਓ, ਕਦੀ ਉਹ ਬਿੱਲ ਦੇ ਦਿਓ। ਹੁਣ ਕਮੇਟੀ ਦੇ ਬਿੱਲ ਵੀ ਸ਼ੁਰੂ ਹੋ ਗਏ, ਪਾਣੀ ਦੇ ਵੀ ਬਿਲਕੁਲ ਠੀਕ ਹੈ, ਬਿੱਲ ਵੀ ਸ਼ੁਰੂ ਹੋ ਗਏ ਆ। ਬਿਲਕੁਲ ਠੀਕ ਕਹਿ ਰਹੇ ਹੋ, ਦਵਾਂਗੇ ਤਾਂ ਦਵਾਂਗੇ ਬਿੱਲ। ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਅਸੀਂ ਵੀ ਬਿੱਲ ਭਰ ਰਹੇ ਹਾਂ। ਖਾਸ ਕਰ ਕੋਵਿਡ ਤੋਂ ਬਾਅਦ ਕਿਸੇ ਕਿਸਮ ਦਾ ਰਿਲੀਫ ਨਹੀਂ ਮਿਲਿਆ। ਬੱਚਿਆਂ ਨੂੰ ਦੇਣ ਨੇ ਟਾਈਮ ਨਹੀਂ ਸਾਡੇ ਕੋਲ ਹੈਗਾ ਇੱਕ ਮਿੰਟ ਵੀ। ਜੋ ਅੱਜ ਕਦੀ ਕੰਡੀਸ਼ਨ ਇੰਨੇ ਬਿੱਲ, ਇੰਨੇ ਟੈਕਸ, ਇੰਨੇ ਕੁਛ ਸਭ ਕੁਝ ਲੱਗ ਰਿਹਾ ਹੈਗਾ। ਹੁਣ ਰਾਤੋਂ ਰਾਤ ਬੈਠੇ ਬੈਠੇ ਕੋਈ ਨਾ ਕੋਈ ਨਵੀਂ ਸਕੀਮ ਆਈ ਨਹੀਂ, ਜਾਂ ਟੈਕਸ ਲੱਗ ਗਿਆ, ਟੈਕਸ ਲੱਗ ਗਿਆ। ਅੱਜ ਬੈਂਕ ਦੇ ਚਾਹ ਸਕੀਮ ਕੱਟ ਹੋ ਗਈ, ਜਾਂ ਕੱਟ ਹੋ ਗਈ, ਨਵਾਂ ਸਕੀਮ ਸ਼ੁਰੂ ਹੋ ਗਿਆ। ਸੁੱਤੇ ਪਏ ਰਾਤ ਨੂੰ ਖਬਰ ਆ ਜਾਂਦੀ ਹੈ। ਬਹੁਤ ਵਧੀਆ ਵਿਚਾਰ ਦਿੱਤੇ ਗੁਪਤਾ ਜੀ ਨੇ ਕਿ ਜਿਹੜਾ ਵਪਾਰੀ ਵਰਗ ਹੈ ਉਹਦੇ ਉੱਤੇ ਇੰਨਾ ਪ੍ਰੈਸ਼ਰ ਹੈ ਕਿ ਟੈਕਸਾਂ ਦਾ ਬੋਝ ਹੀ ਹੈ, ਪਤਾ ਨਹੀਂ ਕਿਹੜੇ ਦਿਨ ਕਿਹੜਾ ਟੈਕਸ ਲੱਗ ਜਾਣਾ ਹੈ। ਇਹਦੇ ਨਾਲ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਜਨਤਾ ਦੀ ਵੀ ਵਾਰੀ ਹੈ, ਜਿਹੜਾ ਜਨਤਾ ਦਾ ਟੈਕਸ ਜਾ ਰਿਹਾ ਹੈ ਉਹਦਾ ਹਿਸਾਬ ਕਾਰਪੋਰੇਸ਼ਨ ਤੋਂ ਔਰ ਆਉਣ ਵਾਲੇ ਕਾਉਂਸਲਰਸ ਤੋਂ ਮੰਗਿਆ ਜਾਵੇ ਕਿ ਕਿੱਥੇ ਪੈਸਾ ਲੱਗ ਰਿਹਾ, ਕਿੱਥੇ ਪੈਸਾ ਨਹੀਂ ਲੱਗ ਰਿਹਾ। ਗੁਪਤਾ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਮੇਂ ਕੱਢ ਕੇ KBC ਦੇ ਦਰਸ਼ਕਾਂ ਦੇ ਲਈ ਔਰ KBC ਦੀ ਟੀਮ ਨੂੰ ਬਹੁਤ ਹੀ ਅੱਛੇ ਵਿਚਾਰ ਦਿੱਤੇ। ਥੈਂਕ ਯੂ ਵੈਰੀ ਮੱਚ ਗੁਪਤਾ ਜੀ। ਓਕੇ ਜੀ, ਓਕੇ ਸਰ, ਥੈਂਕ ਯੂ ਜੀ। ਦੇ ਲਈ ਸਾਡੇ ਸਾਹਮਣੇ ਨੇ ਸ਼੍ਰੀ ਪਵਨ ਜਿੰਦਲ। ਪਵਨ ਜਿੰਦਲ ਜੀ। ਪਵਨ ਜਿੰਦਲ ਜੀ, ਤੁਹਾਡਾ KBC ਦੇ ਦਰਸ਼ਕਾਂ ਤੋਂ ਵੱਲੋਂ ਔਰ KBC ਦੀ ਟੀਮ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ। ਪਵਨ ਜੀ, ਜਿਵੇਂ ਚੁਣਾਵੀ ਬੁਖਾਰ ਜਿਹੜਾ ਸ਼ੁਰੂ ਹੋ ਗਿਆ ਹੈ, ਚੁਣਾਵੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ, ਆਪਾਂ ਜਗ੍ਹਾ ਜਗ੍ਹਾ ਗਲੋ ਸਾਈਨ ਬੋਰਡ ਦੇਖ ਰਹੇ ਹਾਂ ਅਲੱਗ-ਅਲੱਗ ਪਾਰਟੀਆਂ ਦੇ ਕੈਂਡੀਡੇਟਸ ਵੱਲੋਂ। ਕਿਹੋ ਜਿਹਾ ਕਾਉਂਸਲਰ ਪਵਨ ਜੀ ਆਪਾਂ ਆਪਣੇ ਵਾਰਡ 'ਚ ਦੇਖਣਾ ਚਾਹਾਂਗੇ? ਕੌਂਸਲਰ ਇੱਕ ਤਰ੍ਹਾਂ ਦਾ ਇੱਕ ਵਾਰਡ ਦਾ ਮੁਖੀਆ ਮੰਨਿਆ ਜਾਂਦਾ ਤੇ ਮੁਖੀਆ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਆਪਣੇ ਵਾਰਡ ਦਾ, ਆਪਣੇ ਪਰਿਵਾਰ ਦੀ ਤਰ੍ਹਾਂ ਖਿਆਲ ਰੱਖੇ। ਉਹਦੀ ਜਿੱਦਾਂ ਆਪਾਂ ਆਪਣੇ ਘਰ ਦੀ ਸਫਾਈ ਦਾ ਖਿਆਲ ਰੱਖਦੇ ਆ, ਉਸ ਤਰ੍ਹਾਂ ਹੀ ਆਪਣੇ ਵਾਰਡ ਦੀ ਸਫਾਈ ਦਾ ਖਿਆਲ ਰੱਖੇ। ਕੂੜੇ ਦੇ ਢੇਰ ਜਗ੍ਹਾ ਜਗ੍ਹਾ ਜਮ੍ਹਾਂ ਹੋ ਜਾਂਦੇ ਆ, ਜਮਾਦਾਰ ਜਿਹੜੇ ਹੈਗੇ ਆ ਉਹ ਸਿਰਫ ਤਿਉਹਾਰ ਲੈਣ ਵਾਸਤੇ ਆ ਜਾਂਦੇ ਆ ਤੇ ਬਾਕੀ ਜਿਹੜੇ ਟਾਈਮ 'ਤੇ ਉਹ ਕਦੇ ਨਜ਼ਰ ਨਹੀਂ ਆਉਂਦੇ। ਤੇ ਸਫਾਈ ਅਗਰ ਕਰਦੇ ਵੀ ਆ, ਨਾਲੀਆਂ ਕੂੜੇ ਨਾਲ ਭਰੀਆਂ ਰਹਿੰਦੀਆਂ ਜਿਹਦੇ ਨਾਲ ਕਿ ਕਿਸੇ ਵੇਲੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ। ਜਿੱਦਾਂ ਸਾਡੇ ਹੁਸ਼ਿਆਰਪੁਰ ਦੀ ਆਲ ਇੰਡੀਆ ਲੈਵਲ 'ਤੇ ਜਿਹੜੀ ਸਵੱਛ ਭਾਰਤ ਅਭਿਆਨ ਦੇ ਤਹਿਤ ਰੇਟਿੰਗ ਹੈ, ਮੇਰੇ ਖਿਆਲ 'ਚ ਇੰਡੀਆ ਤੋਂ ਸਭ ਤੋਂ ਲੋਐਸਟ ਰੇਟਿੰਗ ਸਾਡੀ ਹੈ। ਤੇ ਆਪਾਂ ਨੂੰ ਇਹ ਦਾਗ ਜਿਹੜਾ ਸਾਡੇ ਸ਼ਹਿਰ 'ਤੇ ਲੱਗਿਆ ਹੋਇਆ ਉਹਨੂੰ ਠੀਕ ਕਰਨ ਵਾਸਤੇ ਜੋ ਵੀ ਹੈ, ਅਗਰ ਕੋਈ ਵਾਰਡ ਵਾਸੀਆਂ ਦਾ ਸਹਿਯੋਗ ਚਾਹੀਦਾ ਜਾਂ ਸਾਡੇ ਵੱਲੋਂ ਕੋਈ ਹੈਲਪ ਚਾਹੀਦਾ, ਅਸੀਂ ਕਰਨ ਨੂੰ ਤਿਆਰ ਆ। ਪਰ ਜਿਹੜੀ ਹੈ ਇਹਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਕੌਂਸਲਰ ਦੀ ਹੈ। ਕੌਂਸਲਰ ਅੱਗੇ ਆ ਕੇ ਜਿਹੜੇ ਵਾਰਡ ਦੇ ਜਿਹੜੇ ਨਿਵਾਸੀ ਹੈਗੇ ਆ ਉਹਨਾਂ ਨੂੰ ਕਹੇ ਜੀ ਮੈਨੂੰ ਆਹ ਸਹਿਯੋਗ ਚਾਹੀਦਾ, ਅਸੀਂ ਸਹਿਯੋਗ ਦੇਣ ਨੂੰ ਤਿਆਰ ਆ, ਪਰ ਸਾਨੂੰ ਪੂਰੀ ਸਫਾਈ ਚਾਹੀਦੀ ਹੈ ਔਰ ਪੂਰੀ ਲਾਈਟਿੰਗ ਦੀ ਵਿਵਸਥਾ ਚਾਹੀਦੀ ਹੈ ਔਰ ਜੋ ਵੀ ਹੈ ਵਾਰਡ ਦੇ ਵਾਸਤੇ, ਭਲਾਈ ਵਾਸਤੇ ਜੋ ਵੀ ਕੁਝ ਹੋ ਸਕਦਾ ਅਸੀਂ ਕਰਨ ਨੂੰ ਤਿਆਰ ਆ। ਬਹੁਤ ਬਖੂਬੀ ਦੱਸਿਆ ਪਵਨ ਜੀ ਨੇ ਕਿ ਜਨਤਾ ਹਮੇਸ਼ਾ ਸਹਿਯੋਗ ਕਰਨ ਨੂੰ ਤਿਆਰ ਹੈ। ਜਨਤਾ ਸਵੇਰੇ ਚਾਹ ਦੇ ਕੱਪ ਤੋਂ ਲੈ ਕੇ ਸ਼ਾਮ ਤੱਕ ਟੈਕਸ ਹੀ ਟੈਕਸ ਦਿੰਦੀ ਹੈ। ਤੁਸੀਂ ਪੈਟਰੋਲ ਯੂਜ਼ ਕਰਦੇ ਆ ਤਾਂ ਟੈਕਸ ਦਿੰਦੇ ਆ, ਮੋਬਾਈਲ ਫੋਨ ਯੂਜ਼ ਕਰਦੇ ਆ ਤਾਂ ਟੈਕਸ ਦਿੰਦੇ ਆ, ਬਿਜਲੀ ਖਪਤ ਕਰਦੇ ਆ ਤਾਂ ਟੈਕਸ ਦਿੰਦੇ ਆ। ਕਾਉਂਸਲਰਸ ਲਈ ਬਹੁਤ ਅੱਛਾ ਸੁਨੇਹਾ ਹੈ ਕਿ ਜਨਤਾ ਸਾਥ ਦੇਣ ਨੂੰ ਤਿਆਰ ਹੈ
ਤੁਸੀਂ ਉੱਠੋ, ਕੁਝ ਕਰੋ। ਜਿਹੜਾ ਸਾਡੇ ਪਵਨ ਜੀ ਇੱਕ ਬਹੁਤ ਅਹਿਮ ਸਵਾਲ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਅੱਜ ਸਾਡੇ ਵਪਾਰ ਦੇ ਪ੍ਰਤੀ ਗਵਰਨਮੈਂਟ ਨੂੰ ਸਭ ਕੁਝ ਪਤਾ ਹੈ, GST ਨੰਬਰ ਹੈ, ਪੈਨ ਹੈ, ਤੁਹਾਡੀ ਇਨਕਮ ਦੀਆਂ ਟ੍ਰਾਂਜੈਕਸ਼ਨਸ ਹੈ, ਸਾਰਾ ਹਿਸਾਬ ਸਰਕਾਰ ਰੱਖਣਾ ਚਾਹੁੰਦੀ ਹੈ ਇੱਕ ਮੁਖੀਆ ਦੇ ਤੌਰ ਤੇ ਹਰ ਬਿਜ਼ਨਸਮੈਨ ਦਾ। ਕਿਆ ਟਾਈਮ ਨਹੀਂ ਆ ਗਿਆ ਕਿ ਲੋਕ ਵੀ ਜਿਹੜਾ ਕਾਰਪੋਰੇਸ਼ਨ 'ਚ ਪੈਸਾ ਆਉਂਦਾ ਹੈ ਉਹਦਾ ਵਾਰਡ ਵਾਈਜ਼ ਹਿਸਾਬ ਰੱਖਣ ਔਰ ਕੌਂਸਲਰ ਨੂੰ ਪੁੱਛਣ ਕਿ ਕਿੰਨਾ ਪੈਸਾ ਲੱਗ ਗਿਆ ਤੇ ਕਿੰਨਾ ਬਕਾਇਆ ਹੈ? ਦੇਖੋ ਜੀ, ਤਰੀਕਾ ਤਾਂ ਇਹੀ ਬਣਦਾ ਹੈ ਕਿ ਅਗਰ ਅਸੀਂ ਆਪਣੇ ਰਿਟਰਨ ਭਰਦੇ ਹਾਂ ਸਾਲ ਦੀ, ਉਹਦੇ ਵਿੱਚ ਸਾਰਾ ਲੇਖਾ ਜੋਖਾ ਦਿਖਾਉਂਦੇ ਹਾਂ, ਤੇ ਸਰਕਾਰ ਨੂੰ ਵੀ ਆਪਣੇ ਆਪਣੇ ਲੈਵਲ ਤੇ, ਅਗਰ ਵਾਰਡ ਦਾ ਲੈਵਲ ਹੈ ਤੇ ਵਾਰਡ ਦੇ ਲੈਵਲ ਤੇ ਸ਼ੋਅ ਕਰਨਾ ਚਾਹੀਦਾ ਕਿ ਜੀ ਸਾਡੇ ਵਾਰਡ ਲਈ ਇੰਨਾ ਫੰਡ ਆਇਆ ਸੀ ਤੇ ਇਹਨਾਂ ਚੀਜ਼ਾਂ ਤੇ ਖਰਚ ਹੋਇਆ, ਉਹ ਇੱਕ ਬੋਰਡ ਤੇ ਡਿਸਪਲੇ ਹੋਣਾ ਚਾਹੀਦਾ। ਬਹੁਤ ਵਧੀਆ ਦੱਸਿਆ। ਕਿਆ ਪਵਨ ਜੀ ਅਸੀਂ ਸ਼ਵੇਤ ਪੱਤਰ ਚਾਹਾਂਗੇ ਆਉਣ ਵਾਲੇ ਟਾਈਮ 'ਚ ਕਾਰਪੋਰੇਸ਼ਨ ਦੀ ਵਰਕਿੰਗ ਦੇ ਉੱਤੇ? ਦੇਖੋ, ਸ਼ਵੇਤ ਪੱਤਰ ਬਾਰੇ ਮੈਂ ਅਜੇ ਕੁਝ ਕਹਿ ਨਹੀਂ ਸਕਦਾ, ਕਿਉਂਕਿ ਆਪਾਂ ਤਾਂ ਇਹ ਚਾਹੁੰਦੇ ਆ ਵੀ ਹਰ ਇੱਕ ਆਦਮੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰੇ, ਔਰ ਸੱਚੇ ਮਨ ਨਾਲ ਕੰਮ ਕਰੋਗੇ ਤਾਂ ਕੰਮ ਵਧੀਆ ਹੋਏਗਾ। ਅਗਰ ਅਸੀਂ ਵਿੱਚ ਆਪਣਾ ਮਲਾਈ ਲੱਭਾਂਗੇ ਤਾਂ ਫਿਰ ਕੰਮ ਵਧੀਆ ਨਹੀਂ ਹੋਏਗਾ। ਬਹੁਤ ਵਧੀਆ ਦੱਸਿਆ ਕਿ ਜਿਹੜਾ ਧੱਬਾ ਗੰਦਗੀ ਦਾ ਲੱਗਾ ਹੈ ਬਹੁਤ ਛੇਤੀ ਦੂਰ ਹੋ ਸਕਦਾ ਹੈ ਜੇ ਆਪਣੀਆਂ ਜ਼ਿੰਮੇਵਾਰੀਆਂ ਚੱਕੀਆਂ ਜਾਣ। ਪਵਨ ਜੀ, ਮੇਰਾ ਇੱਕ ਸਵਾਲ ਹੋ ਰਿਹਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਪੜ੍ਹਿਆ ਲਿਖਿਆਂ ਦਾ ਸ਼ਹਿਰ ਹੈ। ਕਿਆ ਜਿਹੜੇ ਰਿਟਾਇਰਡ ਅਧਿਕਾਰੀ, ਰਿਟਾਇਰਡ ਜੱਜ, ਰਿਟਾਇਰਡ ਵਕੀਲ, ਡਾਕਟਰ, ਵਧੀਆ ਲੋਕ, ਕਿਆ ਅਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹਾਂ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਦੇ ਲਈ? ਕਿਉਂਕਿ ਲੋਕ ਤਾਂ ਤਿਆਰ ਹੀ ਹੈ ਹਰ ਤਰ੍ਹਾਂ ਦੀ ਸੇਵਾ ਦੇਣ ਨੂੰ। ਬਿਲਕੁਲ, ਅਗਰ ਕੋਈ ਐਸਾ ਪ੍ਰਪੋਜ਼ਲ ਆਉਂਦਾ ਹੈਗਾ ਤੇ ਮੇਰੇ ਖਿਆਲ ਕੋਈ ਵੀ ਜਿਹੜਾ ਇੱਕ ਜ਼ਿੰਮੇਦਾਰ ਅਫਸਰ ਰਿਟਾਇਰ ਹੋਇਆ ਹੈਗਾ ਉਹ ਵੀ ਸ਼ੌਂਕ ਰੱਖਦਾ ਵੀ ਮੈਂ ਆਪਣਾ ਟਾਈਮ ਸਪੈਂਡ ਕਰਨ ਵਾਸਤੇ ਕੋਈ ਸੋਸ਼ਲ ਸਰਵਿਸ ਕਰਾਂ। ਅਗਰ ਉਹਨੂੰ ਕੋਈ ਐਸਾ ਮੰਚ ਮਿਲਦਾ ਸੋਸ਼ਲ ਸਰਵਿਸ ਕਰਨ ਦਾ, ਜ਼ਰੂਰ ਅੱਗੇ ਆਉਣਗੇ ਔਰ ਸ਼ਹਿਰ ਦੀ ਮਦਦ ਕਰਨਗੇ। ਆਪਣੇ ਸ਼ਹਿਰ ਦੀ ਖੁਸ਼ਹਾਲੀ ਵਾਸਤੇ ਉਹ ਮੇਰੇ ਖਿਆਲ 'ਚ ਜ਼ਰੂਰ ਸਾਰੇ ਆਪਣਾ ਸਹਿਯੋਗ ਕਰਨਗੇ। ਸਾਡਾ ਸ਼ਹਿਰ ਸਾਡਾ ਵਾਰਡ, ਇਹ ਜਿਹੜਾ ਪ੍ਰੋਗਰਾਮ ਚਲਾਉਣ ਦਾ ਮਕਸਦ ਹੈ ਕਿ ਲੋਕ ਆਪਣੇ ਜਿਹੜੇ ਮਨਾਂ ਦੇ ਵਿਚਾਰ ਨੇ ਆਉਣ ਵਾਲੇ ਕੌਂਸਲਰਸ ਤੱਕ ਪਹੁੰਚਾਉਣ, ਤਾਂ ਕਿ ਜਿਹੜੇ ਸਾਡੇ ਕੌਂਸਲਰ ਸਾਹਿਬ ਜਿੱਤਣ ਵਾਲੇ ਨੇ ਉਹ ਇਸ ਗੱਲ ਨੂੰ ਮਨ 'ਚ ਰੱਖਣ ਔਰ ਸ਼ਹਿਰ ਨੂੰ ਵਿਕਾਸ ਦੀ ਗਤੀ ਵੱਲ ਹੋਰ ਲੈ ਕੇ ਜਾਣ। ਪਵਨ ਜੀ, ਤੁਹਾਡਾ KBC ਦੀ ਟੀਮ ਵੱਲੋਂ, KBC ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਟਾਈਮ ਕੱਢ ਕੇ ਬੜੇ ਹੀ ਅੱਛੇ ਵਿਚਾਰ ਦਿੱਤੇ। ਥੈਂਕ ਯੂ ਵੈਰੀ ਮੱਚ। ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਤੁਸੀਂ ਇੱਕ ਮੁਹਿੰਮ ਨੂੰ ਲੈ ਕੇ ਚੱਲੇ ਹੋ, ਤੇ ਇਸੇ ਤਰੀਕੇ ਦੇ ਨਾਲ ਇਹ ਵੀ ਇੱਕ ਸੇਵਾ ਹੈ ਕਿ ਆਪਾਂ ਮਿਲ ਜੁਲ ਕੇ ਸਭ ਦਾ ਆਪਣਾ ਆਪਣਾ ਜੋ ਜ਼ਿੰਮੇਵਾਰੀ ਹੈਗੀ ਹੈ, ਪ੍ਰੈਸ ਹੈ ਚਾਹੇ ਉਹ ਇੱਕ ਆਮ ਨਾਗਰਿਕ ਹੈ, ਸਾਰੇ ਜਣੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਨ ਤੇ ਬਹੁਤ ਵਧੀਆ ਕੰਮ ਹੋ ਸਕਦਾ। ਥੈਂਕ ਯੂ ਵੈਰੀ ਮੱਚ ਪਵਨ ਜੀ ਫॉर KBC। ਕਿਹੋ ਜਿਹਾ ਕੌਂਸਲਰ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ 'ਚ? ਇਹ ਮੈਂ ਸਵਾਲ BJP, ਕਾਂਗਰਸ, ਆਪ ਦੇ ਐਂਗਲ ਨਾਲ ਨਹੀਂ ਪੁੱਛ ਰਿਹਾ ਕਿ ਕਿਹੋ ਜਿਹਾ ਬੰਦਾ, ਕਿਹੋ ਜਿਹੀ ਪਰਸਨੈਲਿਟੀ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ 'ਚ? ਬੰਦਾ ਵਧੀਆ ਹੋਵੇ ਜੀ, ਕੰਮ ਕਰਨ ਵਾਲਾ ਹੋਵੇ। ਅੱਛਾ ਜੀ। ਕੌਂਸਲਰ ਦਾ ਤਾਂ ਇਹੀ ਹੁੰਦਾ ਜੀ ਵੀ ਲੋਕਾਂ ਨੂੰ ਕੰਮ ਪਵੇ ਤਾਂ ਕਰਾਵੇ ਬਸ। ਜੈਨ ਸਾਹਿਬ ਨੇ ਬਹੁਤ ਬਖੂਬੀ ਦੱਸਿਆ, ਬੰਦਾ ਵਧੀਆ ਹੋਵੇ, ਮੌਕੇ ਤੇ ਖੜਨ ਵਾਲਾ ਹੋਵੇ, ਇਹ ਨਾ ਸੋਚੇ ਕਿ ਮੈਨੂੰ ਵੋਟ ਪਾਇਆ ਜਾਂ ਮੈਨੂੰ ਵੋਟ ਨਹੀਂ ਪਾਇਆ। ਜੈਨ ਸਾਹਿਬ, ਮੇਰਾ ਅਗਲਾ ਸਵਾਲ ਇਹ ਹੈ ਕਿ ਕਿਆ ਜਿਹੜੇ ਕੌਂਸਲਰਸ ਹੈਗੇ ਨੇ ਇਹਨਾਂ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਚਲਾਉਣਾ ਚਾਹੀਦਾ ਹੈ 6 ਮਹੀਨੇ ਸਾਲ 'ਚ, ਜਿੱਥੇ ਲੋਕ ਰੂਬਰੂ ਹੋ ਜਾਣ ਕਿ ਆਹ ਮੇਰਾ ਕੰਮ ਸੀ, ਆਹ ਮੇਰਾ ਪੈਂਡਿੰਗ ਹੈ, ਹਰ ਲੋਕ ਉਹਦੇ ਵਿੱਚ ਸ਼ਾਮਲ ਹੋਣ ਔਰ ਖੁੱਲ੍ਹ ਕੇ ਵਿਚਾਰ ਦੱਸਣ ਕੌਂਸਲਰ ਨੂੰ? ਹਾਂਜੀ ਹਾਂਜੀ, ਜ਼ਰੂਰ ਚਾਹੀਦਾ ਜੀ। ਆਪਣੇ ਵਾਰਡ ਦੇ ਵਿੱਚ ਜਿੱਥੋਂ ਜਿਹੜਾ ਜਿੱਤ ਕੇ ਜਾਂਦਾ ਉਹਨਾਂ ਦਾ ਫਰਜ਼ ਬਣਦਾ ਵੀ ਮਹੀਨੇ ਬਾਅਦ 2 ਮਹੀਨੇ ਬਾਅਦ ਇੱਕ ਮੀਟਿੰਗ ਰੱਖਣ ਆਪਣੇ ਵਾਰਡ ਦੇ ਜਿਹੜੇ ਵੀ ਉੱਥੇ ਹੈਗੇ ਵਾਰਡ ਦੇ ਬੰਦੇ ਵਸਨੀਕ, ਉਹਨਾਂ ਦੇ ਮੁਸ਼ਕਲਾਂ ਜਾਣਨ ਵੀ ਕੀ ਹੈਗੀਆਂ ਕੀ ਨਹੀਂ, ਉਹਨੂੰ ਹੱਲ ਕਰਨ ਦਾ ਯਤਨ ਕਰਨ। ਜੈਨ ਸਾਹਿਬ ਨੇ ਬਹੁਤ ਵਧੀਆ ਦੱਸਿਆ ਕਿ ਵਾਰਡ ਦੇ ਵਿੱਚ ਕੋਈ ਨਾ ਕੋਈ ਮਹੀਨੇ ਔਰ 2 ਮਹੀਨੇ ਬਾਅਦ ਮੀਟਿੰਗ ਰੱਖੀ ਜਾਵੇ ਤਾਂ ਕਿ ਹਰ ਆਦਮੀ ਕੌਂਸਲਰ ਦੇ ਸਾਹਮਣੇ ਰੂਬਰੂ ਹੋ ਸਕੇ ਔਰ ਦੱਸੇ ਕਿ ਮੇਰਾ ਆਹ ਕੰਮ ਪੈਂਡਿੰਗ ਹੈ, ਮੇਰਾ ਕੰਮ ਨਹੀਂ ਹੋਇਆ। ਮੈਂ ਜੈਨ ਸਾਹਿਬ ਅਗਲਾ ਸਵਾਲ KBC ਦੇ ਲਈ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਏਜ ਜਿਹੜਾ ਫੈਕਟਰ ਹੈ ਬਹੁਤ ਇੰਪੋਰਟੈਂਟ ਹੈ। ਕਿਆ ਤੁਸੀਂ ਯੰਗ ਕੌਂਸਲਰਸ ਦੀ ਵਕਾਲਤ ਕਰਦੇ ਹੋ? ਹਾਂਜੀ ਬਿਲਕੁਲ ਜੀ, ਬਿਲਕੁਲ। ਯੰਗ ਹੋਵੇ ਜਾਂ ਕੋਈ ਵੀ ਹੋਵੇ ਜੀ, ਏਜ ਵਿੱਚ ਨਹੀਂ ਕੁਛ ਵੀ ਕਰਦੀ।
ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ, ਸਾਫ ਸੁਥਰੀ ਛਵੀ ਵਾਲਾ। ਕੌਂਸਲਰ ਦਾ ਮਤਲਬ ਇਹੀ ਹੈ, ਚਾਹੇ ਉਹ ਏਜ ਉਹਦੀ ਥੋੜੀ ਜ਼ਿਆਦਾ ਵੀ ਹੋਵੇ, ਕੋਈ ਉਹਦੇ 'ਚ ਫਰਕ ਨਹੀਂ। ਕੌਂਸਲਰ ਸਾਫ ਸੁਥਰੀ ਛਵੀ ਵਾਲਾ ਹੋਣਾ ਚਾਹੀਦਾ ਹੈ। ਇਹ ਜੈਨ ਸਾਹਿਬ ਨੇ ਵਿਚਾਰ ਦਿੱਤੇ। ਏਜ ਡਜ਼ ਨਾਟ ਮੈਟਰ, ਓਨਲੀ ਕੁਐਸਚਨ ਇਜ਼ ਕਿ ਕੌਂਸਲਰ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ। ਜੈਨ ਸਾਹਿਬ, ਮੇਰਾ ਇੱਕ ਸਵਾਲ ਹੋ ਰਿਹਾ ਹੈ ਕਿ ਕਿਆ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਵਧਾਇਆ ਜਾਵੇ ਆਉਣ ਵਾਲੇ ਟਾਈਮ 'ਚ? ਹਾਂਜੀ ਬਿਲਕੁਲ ਜੀ, ਮਹਿਲਾਵਾਂ ਵੀ ਹਰ ਖੇਤਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ, ਹੋਰ ਵਧਣਾ ਚਾਹੀਦਾ ਜੀ। ਜਿਹੜਾ 33% ਹੈ ਇਹ ਹੋਰ ਵਧਣਾ ਚਾਹੀਦਾ। ਜੈਨ ਸਾਹਿਬ, ਇਸ ਇਲੈਕਸ਼ਨ ਦੇ ਵਿੱਚ ਇਸ ਵੇਲੇ 50-50 ਹੈ। ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਇਹ 'ਚ 50% ਮਹਿਲਾਵਾਂ ਹੋਣਗੀਆਂ ਅਤੇ 50% ਪੁਰਸ਼ ਹੋਣਗੇ। ਮੇਰਾ ਜਿਹੜਾ ਸਵਾਲ ਇਹ ਹੈ ਕਿ ਮਹਿਲਾਵਾਂ ਨੂੰ ਐਕਟਿਵਲੀ ਸਮਾਜ ਦੇ ਕੰਮਾਂ 'ਚ ਇਨਵੋਲਵ ਕੀਤਾ ਜਾਵੇ, ਕਿਉਂਕਿ ਅਸੀਂ ਦੇਖਿਆ ਬਹੁਤ ਸਾਰੀਆਂ ਮਹਿਲਾਵਾਂ MP ਔਰ MLA ਬਣ ਚੁੱਕੀਆਂ ਨੇ ਔਰ ਅੱਛਾ ਯੋਗਦਾਨ ਕਰ ਰਹੀਆਂ। ਹਾਂਜੀ ਬਿਲਕੁਲ ਜੀ, ਚਾਹੀਦਾ ਜੀ। ਮਹਿਲਾਵਾਂ ਦਾ ਹਰ ਖੇਤਰ ਦੇ ਵਿੱਚ ਇਸ ਵੇਲੇ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ, ਤਾਂ ਹੋਰ ਹੋਣਾ ਚਾਹੀਦਾ। ਮਹਿਲਾਵਾਂ ਨੂੰ ਹੋਰ ਮਿਲਣੀ ਚਾਹੀਦੀ ਹੈ। ਜੈਨ ਸਾਹਿਬ, ਭਾਗੀਦਾਰੀ ਵਧਣੀ ਚਾਹੀਦੀ। ਜੈਨ ਸਾਹਿਬ ਨੇ ਦੱਸਿਆ ਕਿ ਮਹਿਲਾਵਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਔਰ ਮਹਿਲਾਵਾਂ ਨੂੰ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਹ ਨੋਟ ਕਰਨ ਵਾਲਾ ਪੁਆਇੰਟ ਹੈ ਕਿ ਸਾਡੀ ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਵੀ ਇੱਕ ਬਹੁਤ ਵਧੀਆ ਕਿਰਦਾਰ ਨਿਭਾ ਚੁੱਕੀ ਹੈ। ਜੈਨ ਸਾਹਿਬ, ਮੇਰਾ ਅੰਤਿਮ ਸਵਾਲ ਤੁਹਾਡੇ ਤੋਂ ਜਾਂਦੇ ਜਾਂਦੇ ਇਹ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਧੱਬਾ ਲੱਗਾ ਹੈ ਕਿ ਸ਼ਹਿਰ ਦੀ ਸਫਾਈ ਨਹੀਂ, ਸ਼ਹਿਰ ਗੰਦਾ ਸ਼ਹਿਰਾਂ 'ਚੋਂ ਇੱਕ ਹੈ, ਕੀ ਕੀਤਾ ਜਾਵੇ ਉਪਰਾਲਾ ਕਿ ਇਹ ਧੱਬੇ ਨੂੰ ਛੇਤੀ ਤੋਂ ਛੇਤੀ ਧੋਇਆ ਜਾਵੇ? ਇਹੀ ਹੈ ਜੀ, ਇਹ ਤਾਂ ਹੁਣ ਕੌਂਸਲਰ ਜਿਹੜੇ ਅਸੀਂ ਲੋਕ ਜਿਨ੍ਹਾਂ ਨੂੰ ਜਿਤਾ ਕੇ ਭੇਜਦੇ ਹਾਂ, ਇਹ ਮੈਸੇਜ ਆਉਣ ਵਾਲੇ ਕੌਂਸਲਰਸ ਨੂੰ ਦੇਣਾ ਹੈ ਤੁਸੀਂ? ਹਾਂਜੀ ਹਾਂਜੀ, ਜਿਹੜੇ ਅਸੀਂ ਜਿਤਾ ਕੇ ਭੇਜਦੇ ਉਹਨਾਂ ਦਾ ਫਰਜ਼ ਬਣਦਾ ਵੀ ਜਿੱਤਣ ਤੋਂ ਬਾਅਦ ਭੁੱਲਣ ਨਾ, ਯਾਦ ਰੱਖਣ ਵੀ ਅਸੀਂ ਸਾਨੂੰ ਇਹਨਾਂ ਨੇ ਜਿਤਾਇਆ ਤਾਂ ਅਸੀਂ ਇਹਨਾਂ ਦੇ ਕੰਮ ਵੀ ਕਰਨੇ, ਸਫਾਈ ਵੀ ਰਖਾਣੀ, ਸਭ ਕੁਛ ਆ। ਅੱਜ ਤੁਸੀਂ ਸਾਡੇ ਬਾਜ਼ਾਰ ਦਾ ਹੀ ਦੇਖ ਲਓ ਜੀ, ਕਿੱਦਾਂ ਇੱਥੇ ਕੋਈ ਸਫਾਈ ਨਹੀਂ, ਕੋਈ ਕੁਛ ਨਹੀਂ। ਇਹ ਬਹੁਤ ਵਧੀਆ ਜੈਨ ਸਾਹਿਬ ਨੇ ਜਵਾਬ ਦਿੱਤਾ। ਕੌਂਸਲਰ ਜਿੱਤ ਕੇ ਗਏ ਆ, ਅਸੀਂ ਅੱਜ ਤੱਕ ਉਹਨਾਂ ਨੂੰ ਦੇਖਿਆ ਨਹੀਂ ਵੀ ਕੌਣ ਹੈਗਾ ਮੁੜ ਕੇ ਕੌਣ ਨਹੀਂ ਜੀ। ਜੈਨ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਕੌਂਸਲਰਸ ਵਾਰਡ ਦੇ ਵਿੱਚ ਨਦਾਰਦ ਹੋ ਜਾਂਦੇ ਹੈ ਔਰ ਜਿਸ ਵੇਲੇ ਫਿਰ ਚੁਣਾਵੀ ਕੁੰਭ ਦੁਬਾਰਾ ਸ਼ੁਰੂ ਹੁੰਦਾ ਹੈ ਤੇ ਉਹ ਐਕਟਿਵ ਹੋ ਜਾਂਦੇ ਨੇ। ਜੈਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ KBC ਦੀ ਟੀਮ ਵੱਲੋਂ ਔਰ KBC ਪ੍ਰੋਗਰਾਮ ਵੱਲੋਂ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ। ਕਰ ਰਹੇ ਹਾਂ ਭਾਈ ਸਾਹਿਬ, ਕੀ ਤੁਹਾਡਾ ਸ਼ੁਭ ਨਾਮ? ਰੋਬਿਨ ਧੀਰ ਜੀ। ਰੋਬਿਨ ਧੀਰ ਜੀ, ਤੁਹਾਡਾ KBC ਦੇ ਉੱਤੇ ਬਹੁਤ ਬਹੁਤ ਧੰਨਵਾਦ। ਰੋਬਿਨ ਧੀਰ ਜੀ, ਤੁਸੀਂ ਯੰਗ ਹੋ। ਮੇਰਾ ਪਹਿਲਾ ਸਵਾਲ ਇਹ ਹੈ ਕਿ ਚੁਣਾਵੀ ਮਾਹੌਲ ਗਰਮ ਹੋ ਚੁੱਕਾ ਹੈ, ਚੁਣਾਵ ਸਿਰ 'ਤੇ ਨੇ। ਇਹ ਚੁਣਾਵ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਡੈਮੋਕ੍ਰੇਸੀ ਦੀ ਪਹਿਲੀ ਪੌੜੀ ਹੈ ਔਰ ਇਹ ਸਿੱਧੇ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਨਾਲ ਸੰਬੰਧਿਤ ਹੈ। ਕਿਹੋ ਜਿਹਾ ਕੌਂਸਲਰ ਦੇਖਣਾ ਚਾਹੋਗੇ 2021 'ਚ ਆਪਣੇ ਵਾਰਡ ਦੇ ਵਿੱਚ? ਸਰ, ਕੌਂਸਲਰ ਹੋਣਾ ਚਾਹੀਦਾ ਜਿਹੜਾ ਕੰਮ ਕਰੇ। ਅੱਜ ਕੱਲ੍ਹ ਤਾਂ ਕੋਈ ਕੰਮ ਹੀ ਨਹੀਂ ਕਰ ਰਿਹਾ, ਬਣ ਕੇ ਆ ਜਾਂਦੇ ਆ ਬਸ। ਉਹਨਾਂ ਨੂੰ ਹੁੰਦਾ ਕਿ ਅਸੀਂ ਖਾਈਏ ਜੋ ਵੀ ਆ ਰਿਹਾ ਸਰਕਾਰ ਵੱਲੋਂ, ਕੰਮ ਕਰਕੇ ਕੋਈ ਖੁਸ਼ ਨਹੀਂ ਹੈਗਾ। ਮੈਂ ਤਾਂ ਇਹੀ ਚਾਹੁੰਦਾ ਕਿ ਯੁਵਾ ਆਵੇ ਮੋਰੇ, ਯੁਵਾ ਸਾਰੇ ਪਾਸੇ ਯੁਵਾ ਹੀ ਹੋਣਾ ਚਾਹੀਦਾ, ਕੰਮ ਕਰਨ ਵਾਲਾ ਹੋਣਾ ਚਾਹੀਦਾ ਯੁਵਾ। ਰੋਬਿੰਦਰ ਜੀ ਨੇ ਬਹੁਤ ਵਧੀਆ ਦੱਸਿਆ ਕਿ ਕੰਮ ਕਰਨ ਵਾਲਾ ਯੁਵਾ ਅੱਗੇ ਆਵੇ ਔਰ ਉਹਨਾਂ ਨੇ ਜੋ ਦਿੱਕਤਾਂ ਆਪਣੀ ਜ਼ੁਬਾਨੀ ਦੱਸੀਆਂ ਨੇ। ਰੋਬਿੰਦਰ ਜੀ, ਜਰਨਲੀ ਇਹ ਦੇਖਿਆ ਗਿਆ ਹੈ ਕਿ ਕੌਂਸਲਰ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਣੇ ਚੁਣਾਵੀ ਜਿਹੜਾ ਸਫ਼ਰ ਹੈ ਉਹਨਾਂ ਦਾ, ਰਾਜਨੀਤਿਕ ਚੁਣਾਵੀ ਸਫ਼ਰ, ਉਹਦੇ ਲਈ ਬਹੁਤ ਜ਼ਿਆਦਾ ਚਿੰਤਿਤ ਹੋ ਜਾਂਦੇ ਨੇ ਔਰ ਜਿਹੜੇ ਲੋਕ ਅਸਲੀ ਹੀਰੋ ਹੈ, ਜਿਹੜੇ ਉਹਨਾਂ ਨੂੰ ਉੱਥੇ ਤੱਕ ਪਹੁੰਚਾਉਂਦੇ ਨੇ, ਉਹਨਾਂ ਦੇ ਬਾਰੇ 'ਚ ਬਹੁਤਾ ਫਿਕਰ ਨਹੀਂ ਕਰਦੇ। ਇਹੋ ਜਿਹੇ ਕੌਂਸਲਰਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਉਹਨਾਂ ਨੂੰ ਇਹੀ ਹੈ ਕਿ ਖੜੇ ਹੀ ਨਾ ਹੋਣ, ਉਹਨਾਂ ਨੂੰ ਸੀਟ ਮਿਲੇ ਹੀ ਨਾ। ਬਹੁਤ ਖੂਬ, ਠੀਕ ਹੈ ਜੀ, ਉਹਨਾਂ ਨੂੰ ਸੀਟ ਹੀ ਨਾ ਮਿਲੇ। ਜਿਹੜੇ ਯੁਵਾ ਹੈ, ਕੰਮ ਕਰਨ ਵਾਲੇ ਹੈਗੇ, ਉਹਨਾਂ ਨੂੰ ਸੀਟ ਦਿੱਤੀ ਜਾਵੇ, ਉਹੀ ਮੋਰੇ ਆਣ। ਬਹੁਤ ਖੂਬ ਨਾਲ ਹਮੇਸ਼ਾ ਲਈ। ਰੋਬਿਨ ਧੀਰ ਜੀ ਨੇ ਨਾਮ ਲਏ ਬਿਨਾ ਬਹੁਤ ਖੂਬ ਮੈਸੇਜ ਦਿੱਤਾ ਕਿ ਰਾਜਨੀਤਿਕ ਜਿਹੜੇ ਨੇਤਾ ਹੈ ਉਹਨਾਂ ਨੂੰ ਯੰਗ ਕੰਮ ਕਰਨ ਵਾਲੇ ਕੌਂਸਲਰਸ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਰੋਬਿਨ ਧੀਰ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਯੰਗ ਕੌਂਸਲਰਸ ਨੂੰ ਲਿਆਉਣ ਤੋਂ ਇਲਾਵਾ ਕਿਆ ਕਾਰਪੋਰੇਸ਼ਨ ਦੇ ਵਿੱਚ ਕੋਈ ਸਪੋਰਟਸ ਕੋਟਾ ਵੀ ਰੱਖਿਆ ਜਾਵੇ ਕਿ 2 ਜਾਂ 3 ਕੌਂਸਲਰ
ਸਪੋਰਟਸ ਬੈਕਗਰਾਉਂਡ ਤੋਂ ਆਉਣ ਤਾਂ ਕਿ ਉਹ ਨਸ਼ੇ ਤੋਂ ਦੂਰ ਔਰ ਖੇਡਾਂ ਵੱਲ ਜ਼ਿਆਦਾ ਮਾਹੌਲ ਨੂੰ ਲੈ ਕੇ ਜਾਣ? ਹਾਂ, ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ ਕਿ ਸਪੋਰਟ ਕੋਟਾ ਤਾਂ ਜ਼ਰੂਰੀ ਆ ਕਿ ਕਿੱਦਾਂ ਆਪਣਾ ਦੁਸ਼ਹਿਰਾ ਗਰਾਊਂਡ ਹੀ ਆ, ਉੱਥੇ ਹਰ ਸਾਲ ਚਲੋ ਦੁਸ਼ਹਿਰਾ ਹੁੰਦਾ, ਉਸ ਤੋਂ ਬਾਅਦ ਉਹਨੂੰ ਕੁਝ ਪੁੱਛਦਾ ਹੀ ਨਹੀਂ ਕੋਈ ਉੱਥੇ ਗਰਾਊਂਡ ਨੂੰ, ਉਹਦੀ ਪੂਰੀ ਕਹਿ ਦਿੰਦੇ ਆ ਕਿ ਅਸੀਂ ਸਾਲ ਬਾਅਦ ਉਹਨੂੰ ਰਿਪੇਅਰ ਕਰਾਵਾਂਗੇ ਜਾਂ ਕੁਝ ਕਰਾਂਗੇ, ਪਰ ਉੱਥੇ ਗਰਾਊਂਡ ਬਣਾਉਣੀ ਚਾਹੀਦੀ ਆ। ਉੱਥੇ ਖੁਦ ਬੱਚੇ ਆਪ ਹੀ ਪੈਸਾ ਲਾ ਕੇ ਉਹਨੂੰ ਗਰਾਊਂਡ ਨੂੰ ਸਾਫ਼ ਕਰਾਉਂਦੇ ਆ। ਉਹਨਾਂ ਨੂੰ ਚਾਹੀਦਾ, ਸਰਕਾਰ ਨੂੰ ਜਾਂ ਮੇਅਰ ਨੂੰ ਚਾਹੀਦਾ ਕਿ ਤੁਸੀਂ ਸਾਲ ਬਾਅਦ ਸਾਰੇ ਸ਼ਹਿਰ ਤੋਂ ਪੈਸਾ ਦੁਸ਼ਹਿਰੇ ਦਾ ਗਰਾਊਂਡ ਦਾ ਕਰਦੇ ਆ, ਤੁਸੀਂ ਉੱਥੇ ਥੋੜ੍ਹਾ ਬਹੁਤਾ ਕੰਮ ਕਰਾਉਣਾ ਚਾਹੀਦਾ ਉਹਨਾਂ ਨੂੰ। ਰੋਬਿਨ ਜੀ ਨੇ ਬਹੁਤ ਅੱਛੇ ਢੰਗ ਨਾਲ ਦੱਸਿਆ ਕਿ ਸਟੇਡੀਅਮਸ ਨੂੰ ਬਣਾਉਣਾ ਚਾਹੀਦਾ ਹੈ, ਗਰਾਊਂਡਸ ਦੀ ਸਾਫ਼ ਸਫਾਈ ਕਰਨੀ ਚਾਹੀਦੀ ਹੈ। ਲਾਜਵੰਤੀ ਰੋਡ ਹੈਗਾ, ਨੈਸ਼ਨਲ ਲਾਜਵੰਤੀ ਸਟੇਡੀਅਮ ਬਣ ਗਿਆ, ਤੁਸੀਂ ਇਸ ਬੰਨ ਦੇ ਕੋਲ ਜਾਓਗੇ ਉੱਥੇ ਲਾਈਟ ਨਹੀਂ ਚੱਲਦੀ, ਰਾਤ ਨੂੰ ਲੁੱਟ ਖੋਹ ਹੁੰਦੀ, ਜੋ ਮਰਜ਼ੀ ਹੁੰਦਾ ਉੱਥੇ। ਸ਼ਾਸਤਰੀ ਨਗਰ ਵਾਲੇ ਸਾਰੇ ਤੰਗ ਹੁੰਦੇ ਹੈ ਨਾ, ਉੱਥੇ ਲਾਈਟ ਚਾਹੀਦੀਆਂ, ਕੋਈ ਹੈ ਹੀ ਨਹੀਂ। ਤੁਸੀਂ ਅੱਧੀ ਰਾਤ ਨੂੰ ਜਾਓਗੇ ਉਸ ਧੁੰਦ ਪੈਂਦੀ ਹੈ, ਕੋਈ ਲੁੱਟ ਖੋਹ ਹੋ ਜਾਵੇ, ਕੌਣ ਜ਼ਿੰਮੇਵਾਰ ਹੈ? ਕੋਈ ਕੌਂਸਲਰ ਨਹੀਂ, ਕੋਈ ਮੇਅਰ ਨਹੀਂ, ਕੁਛ ਨਹੀਂ ਕੋਈ ਸੋਚਦਾ ਪਿਆ। ਰੋਬਿਨ ਜੀ ਨੇ ਬਹੁਤ ਵਧੀਆ ਦੱਸਿਆ ਕਿ ਕੌਂਸਲਰਸ ਨੂੰ ਆਪਣੇ ਵਾਰਡਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ। ਅਡਾਪਟ ਕਰਕੇ ਉਹਨਾਂ ਨੂੰ ਕੱਲੀ ਕੱਲੀ ਸਮੱਸਿਆਵਾਂ ਦਾ ਪਤਾ ਲੱਗੇਗਾ ਕਿ ਇੱਥੇ ਲਾਈਟ ਨਹੀਂ ਹੈ ਜਾਂ ਲਾਈਟ ਹੈ ਜਾਂ ਸੜਕ ਨਹੀਂ ਹੈ ਜਾਂ ਸੀਵਰੇਜ ਨਹੀਂ ਹੈ। ਸਾਡੇ ਸ਼ਹਿਰ ਨਾਲੋਂ ਤਾਂ ਪਿੰਡ ਖਰੇ ਆ ਜਿਨ੍ਹਾਂ ਦੇ ਹਰ ਗਲੀ 'ਚ ਸਟਰੀਟ ਲਾਈਟ ਜਗ ਰਹੀ ਹੈ, ਹਰ ਗਲੀ 'ਚ ਗਲੀ ਬਣੀ ਹੋਈ ਹੈ, ਪੱਕੀ ਗਲੀਆਂ ਬਣੀਆਂ ਹੋਈਆਂ। ਸਾਡੇ ਸ਼ਹਿਰ 'ਚ ਤਾਂ ਪੱਕੀਆਂ ਵੀ ਗਲੀਆਂ ਨਹੀਂ ਰਹੀਆਂ ਹੁਣ। ਬਹੁਤ ਬੇਖੂਬੀ ਦੱਸਿਆ ਰੋਬਿਨ ਜੀ ਨੇ। ਬਹੁਤ ਢੇਰ ਸਾਰੇ ਸਵਾਲ ਨੇ ਸਾਡੇ ਕੋਲ ਇਸ ਯੁਵਾ ਵਰਗ ਦੇ ਵਿਅਕਤੀ ਤੋਂ ਪੁੱਛਣ ਦੇ ਲਈ, ਬਟ ਕਈ ਵਾਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਕਈ ਅੱਗੇ ਕਵਰ ਕਰਨਾ ਹੁੰਦਾ ਹੈ। ਰੋਬਿਨ ਜੀ, ਮੇਰਾ ਅੰਤਿਮ ਸਵਾਲ ਇਹ ਹੈ ਕਿ ਕਿਆ ਕੋਈ ਮਿਊਨਿਸਪਲ ਕਾਰਪੋਰੇਸ਼ਨ 'ਚ ਅਵਾਰਡ ਰੱਖਿਆ ਜਾਵੇ, ਬੈਸਟ ਕਾਉਂਸਲਰ ਆਫ ਦਾ ਈਅਰ ਅਵਾਰਡ, ਤਾਂ ਕਿ ਕਾਉਂਸਲਰ ਇੱਕ ਰੇਸ 'ਚ ਸ਼ਾਮਲ ਹੋ ਜਾਣ ਔਰ ਵੱਧ ਤੋਂ ਵੱਧ ਆਪਣੇ ਵਾਰਡ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨ, ਅਵਾਰਡ ਲੈਣ ਦੀ ਕੋਸ਼ਿਸ਼ ਕਰਨ? ਅਵਾਰਡ ਦੀ ਲੋੜ ਹੀ ਨਹੀਂ, ਕੰਮ ਕੀਤਾ ਬੰਦੇ ਨੂੰ ਉਹਦੇ ਹੀ ਦਿਖ ਜਾਂਦਾ ਕਿ ਅਵਾਰਡ ਖੁਦ ਦੁਨੀਆ ਦਿੰਦੀ ਅਗਲੇ ਸਾਲ ਜਿਤਾ ਕੇ 5 ਸਾਲਾਂ ਬਾਅਦ। ਬਹੁਤ ਵਧੀਆ, ਬਹੁਤ ਵਧੀਆ। ਇਸ ਯੰਗ ਵੋਟਰ ਨੇ ਸਾਨੂੰ ਦੱਸਿਆ ਕਿ ਜਿਹੜਾ ਅਵਾਰਡ ਹੈਗਾ ਉਹ ਜਨਤਾ ਦੁਆਰਾ ਦਿੱਤਾ ਜਾਂਦਾ ਹੈ ਔਰ ਜਨਤਾ ਵੋਟ ਰੂਪੀ ਪ੍ਰਸ਼ਾਦ ਦਿੰਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ KBC ਦੇ ਦਰਸ਼ਕਾਂ ਵੱਲੋਂ ਔਰ KBC ਦੀ ਟੀਮ ਵੱਲੋਂ। ਥੈਂਕ ਯੂ ਵੈਰੀ ਮੱਚ ਰੋਬਿਨ ਜੀ। ਥੈਂਕ ਯੂ ਭਾਜੀ ਬਹੁਤ ਬਹੁਤ। ਸਾਡੇ ਸਾਹਮਣੇ ਸ਼੍ਰੀ ਵਿਨੋਦ ਅਗਰਵਾਲ ਜੀ, ਤੁਹਾਡਾ KBC ਦੇ ਪ੍ਰੋਗਰਾਮ ਦੇ ਉੱਤੇ ਬਹੁਤ ਬਹੁਤ ਧੰਨਵਾਦ। ਵਿਨੋਦ ਅਗਰਵਾਲ ਜੀ, ਚੁਣਾਵੀ ਮਾਹੌਲ ਬਣ ਰਿਹਾ ਹੈ, ਸਵਾਲ ਛੋਟੇ ਛੋਟੇ ਨੇ ਬਟ ਬਹੁਤ ਅਹਿਮ ਨੇ ਕਿਉਂਕਿ ਇਹ ਸਿੱਧੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਨਾਲ ਰਿਲੇਟਡ ਹੈ। MP ਔਰ MLA ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ। ਠੀਕ ਹੈ। ਕਿਹੋ ਜਿਹਾ ਕਾਉਂਸਲਰ ਤੁਸੀਂ ਦੇਖਣਾ ਚਾਹੋਗੇ ਔਰ ਮੈਂ ਉਮੀਦ ਕਰਦਾ ਹਾਂ ਤੁਸੀਂ ਖੁੱਲ੍ਹ ਕੇ ਦੱਸੋਗੇ? ਕੰਮ ਕਰਨ ਵਾਲਾ ਕਾਉਂਸਲਰ ਚਾਹੀਦਾ ਜੀ, ਜਿਹੜਾ ਮੁੜ ਕੇ ਬੜਾ ਹੀ ਨਾ ਦੇਖਣੀ ਨਾ ਆਵੇ ਬਾਜ਼ਾਰਾਂ ਦਾ ਕੀ ਹਾਲ ਆ, ਸੜਕਾਂ ਦਾ ਕੀ ਹਾਲ ਆ। ਇੱਦਾਂ ਕਾਉਂਸਲਰ ਨੂੰ ਕੀ ਕਰੋਗੇ? MC ਆ, ਮੁੜ ਕੇ 5 ਸਾਲ ਹੋ ਗਏ ਸ਼ਕਲ ਨਹੀਂ ਦੇਖੀ। ਆ ਦੇਖੋ ਬਾਜ਼ਾਰ ਦਾ ਕੀ ਹਾਲ ਆ, ਗੰਦ ਨਾਲੀਆਂ ਭਰੀਆਂ ਪਈਆਂ, ਸੜਕਾਂ ਟੁੱਟੀਆਂ ਪਈਆਂ, ਸ਼ਕਲ ਹੀ ਨਹੀਂ ਦਿਖਦੀ ਕਿੱਥੇ ਆ ਕਿੱਥੇ ਨਹੀਂ। ਜ਼ਿਲ੍ਹੇ 2 ਮਹੀਨੇ ਰਹਿ ਜਾਂਦੇ ਆ, ਮਹੀਨੇ ਉਦੋਂ ਆਉਣੇ ਸ਼ੁਰੂ ਹੋ ਜਾਂਦੇ। ਹਾਂਜੀ, ਕੀ ਹਾਲ ਹੈ ਜੀ? ਹੋਰ ਸੀ ਭਾਈ ਸਾਹਿਬ, ਕਿੱਦਾਂ? ਘਰ ਠੀਕ ਹੈ ਜੀ? ਇੱਦਾਂ ਦੇ ਕੀ ਕਰਾਂਗੇ MCਆਂ ਨੂੰ? ਬਹੁਤ ਵਧੀਆ ਦੱਸਿਆ ਵਿਨੋਦ ਜੀ ਨੇ ਕਿ ਕਾਉਂਸਲਰ ਨਦਾਰਦ ਹੋ ਜਾਂਦੇ ਆ ਆਪਣੇ ਵਾਰਡਾਂ 'ਚੋਂ ਔਰ ਜਿਸ ਵੇਲੇ ਦੁਬਾਰਾ ਚੁਣਾਵੀ ਕੁੰਭ ਸ਼ੁਰੂ ਹੁੰਦਾ ਹੈ ਤੇ ਉਹਨਾਂ ਦੇ ਦਰਸ਼ਨ ਵੀ ਹੋਣੇ ਸ਼ੁਰੂ ਹੋ ਜਾਂਦੇ ਆ। ਕੀ ਇੱਕ ਲਾਈਨ 'ਚ ਇਹੋ ਜਿਹੇ ਆਪਣੇ ਵੀਰਾਂ ਨੂੰ ਸੁਨੇਹਾ ਦੇਣਾ ਚਾਹੋਗੇ? ਜਿਹੜਾ MC ਕੰਮ ਨਹੀਂ ਕਰਦਾ ਉਹਨੂੰ ਵੋਟ ਹੀ ਨਹੀਂ ਪਾਉਣੀ ਚਾਹੀਦੀ ਮੇਰੇ ਮੁਤਾਬਿਕ, ਜਾਂ ਉਹਨੂੰ ਖੜੇ ਆਉਣ ਦਾ ਵੀ ਕੋਈ ਹੱਕ ਨਹੀਂ। ਜੇ ਉਹ ਕੰਮ ਹੀ ਨਹੀਂ ਕਰਾ ਸਕਦਾ ਫਿਰ ਕੀ ਫਾਇਦਾ ਉਸ MC ਨੂੰ ਖੜੇ ਹੋਣ ਦਾ? ਦੱਸੋ ਮੈਨੂੰ ਤੁਸੀਂ, ਕੋਈ ਹੈ ਉਸਦਾ? ਕੋਈ ਸਫਾਈ ਨਹੀਂ ਦੇਖਦਾ, ਕੋਈ ਸੜਕਾਂ ਟੁੱਟੀਆਂ ਨਹੀਂ ਦੇਖਦਾ, ਕੋਈ ਜੇ ਘਰ ਬੈਠੇ ਸਿਰਫ ਕਦੇ ਪੈਨਸ਼ਨ ਲੱਗ ਜਾਣੀ ਜਾਂ ਤਨਖਾਹ ਲੱਗ ਜਾਣੀ ਹੈ, ਉਹ ਤਾਂ ਪਬਲਿਕ ਦੇ ਪੈਸੇ ਦਾ ਇੱਕ ਦੁਰਉਪਯੋਗ ਹੈ। ਜਿਹੜੀ ਇਹਨਾਂ ਨੇ ਪੈਨਸ਼ਨ ਲਾਤੀ ਹੈ ਜਾਂ ਇਹਨਾਂ ਨੇ ਤਨਖਾਹ ਲਾਤੀ ਹੈ, ਉਹਦੇ ਕਰਕੇ ਹਰ ਬੰਦਾ ਕਹਿੰਦਾ ਮੈਂ MC ਬਣਾ ਬੈਠੇ, ਮੇਰੀ ਰੋਟੀ ਚੱਲੂਗੀ। ਪਹਿਲੇ ਤਾਂ ਬੰਦ ਕਰਨੀ ਚਾਹੀਦੀ ਹੈ। ਪਬਲਿਕ ਦੇ ਪੈਸੇ ਨੂੰ ਇਹ ਮਤਲਬ ਇੱਕ ਟੈਕਸ ਪੇਅਰ ਦੇ ਪੈਸੇ ਨੂੰ ਮਿਸਯੂਜ ਕਰ ਰਹੇ। ਬਹੁਤ ਵਧੀਆ ਦੱਸਿਆ ਕਿ ਟੈਕਸ ਪੇਅਰ ਦਾ ਪੈਸਾ ਹੈ, ਮਿਸਯੂਜ਼ ਹੁੰਦਾ ਹੈ। ਕੈਂਡੀਡੇਟਸ ਵੱਧ ਤੋਂ ਵੱਧ ਅੱਗੇ ਟਿਕਟ ਲੈਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹਦੇ ਵਿੱਚ ਬਹੁਤ ਆਰਥਿਕ ਫਾਇਦੇ ਇਨਵੋਲਵ ਨੇ। ਮੈਂ ਵਿਨੋਦ ਜੀ ਤੁਹਾਡੇ ਤੋਂ ਇੱਕ ਸਵਾਲ ਇਹ ਪੁੱਛਣਾ ਚਾਹਾਂਗਾ ਕਿ
ਕਿਆ ਵਾਰਡ ਦੇ ਵਿੱਚ ਕਿੰਨਾ ਪੈਸਾ ਆਇਆ ਅੱਜ ਇਹ ਓਪਨ ਕੀਤਾ ਜਾਵੇ, ਹਰ ਵਾਰਡ ਦੇ ਬੰਦੇ ਨੂੰ ਦੱਸਿਆ ਜਾਵੇ ਇਹ ਗੱਲ? ਜ਼ਰੂਰ ਕਿ ਤੁਹਾਡੇ ਮੀਟਿੰਗ ਲਾਈ ਜਾਵੇ ਬਾਜ਼ਾਰ ਦੇ ਨੂੰ, ਜਿਹੜੇ ਵੀ ਉਸ MC ਜਿੱਥੋਂ ਜਿੱਤਦਾ ਹੈ ਆਵੇ ਕਿ ਮੈਂ ਡਿਵੈਲਪ ਕਰਨੀ ਹੈ, ਪੈਸਾ ਮੈਂ ਕਿੱਥੇ ਲਾਵਾਂ, ਕੀ ਤੁਹਾਨੂੰ ਪ੍ਰੋਬਲਮ ਹੈ, ਤੁਹਾਡੀ ਸਟਰੀਟ ਲਾਈਟਾਂ ਖਰਾਬ ਆ, ਤੁਹਾਡੀ ਸੜਕਾਂ ਟੁੱਟੀਆਂ ਹੈ, ਜਾਂ ਤੁਹਾਡੇ ਸਫਾਈ ਨਹੀਂ ਹੋ ਰਹੀ ਹੈ। ਉਹ ਪੈਸੇ 10-20 ਬੰਦਿਆਂ ਦੀ ਮੀਟਿੰਗ ਬਣੇ, ਉਹਨਾਂ ਨੂੰ ਪੁੱਛ ਕੇ ਫਿਰ ਯੂਜ਼ ਕੀਤਾ ਜਾਏ ਕਿ ਤਾਂ ਹੀ ਪਤਾ ਲੱਗੇਗਾ ਪੈਸਾ ਆਪਣਾ ਲੱਗ ਰਿਹਾ। ਜਿਹੜੀ ਸੜਕਾਂ ਸਾਫ਼ ਹੁੰਦੀਆਂ ਉਹ ਦੁਬਾਰਾ ਬਣ ਜਾਂਦੀਆਂ, ਇਹ ਟੁੱਟੀਆਂ ਉਹਨੂੰ ਪੁੱਛਦਾ ਕੋਈ ਨਹੀਂ। ਉੱਥੇ ਇਹੀ ਹਾਲ ਹੈ। ਕਿਆ ਵਿਨੋਦ ਅਗਰਵਾਲ ਜੀ ਤੁਹਾਨੂੰ ਲੱਗਦਾ ਹੈ ਕਿ ਕੁਝ ਦਮਦਾਰ ਕੌਂਸਲਰ ਜ਼ਿਆਦਾ ਪੈਸੇ ਲੈ ਜਾਂਦੇ ਆਪਣੇ ਵਾਰਡ ਦੇ ਲਈ? ਠੀਕ ਹੈ, ਜਿਸ ਪਾਰਟੀ ਦਾ ਮਤਲਬ ਸਰਕਾਰ ਹੁੰਦੀ ਹੈ ਉਹਨੂੰ ਪੈਸੇ ਜ਼ਿਆਦਾ ਮਿਲ ਹੀ ਜਾਂਦੇ ਆ। ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ MC ਨੂੰ ਪੈਸੇ ਜ਼ਿਆਦਾ ਮਿਲਦੇ ਹੀ ਹੈ, ਦੂਸਰਾ ਨਹੀਂ ਮਿਲਦੇ, ਇਹ ਤਾਂ ਹੈ ਹੀ ਹੈ ਜੀ। ਕਿਆ ਜਿਵੇਂ ਅਫਸਰ ਕੰਮ ਨਹੀਂ ਕਰਦੇ, ਲੋਕ ਸ਼ਿਕਾਇਤਾਂ ਕਰ ਦਿੰਦੇ ਆ, ਅਫਸਰ ਬਦਲਿਆ ਜਾਂਦਾ ਹੈ, ਕਿਆ ਕੌਂਸਲਰ ਜਿਹੜੇ ਪਰਫਾਰਮ ਨਹੀਂ ਕਰ ਰਹੇ, ਜਿਨ੍ਹਾਂ ਨੂੰ ਆਪਾਂ ਨੌਨ ਪਰਫਾਰਮਰ ਕੌਂਸਲਰ ਜਾਂ ਨੌਨ ਪਰਫਾਰਮਰ ਐਸਟ ਕਹਿੰਦੇ ਆ, ਕਿਆ ਉਹਨਾਂ ਦੀ ਟਰਮ ਵੀ ਵਿੱਚ ਕੈਂਸਲ ਕੀਤੀ ਜਾਵੇ? ਸਰ ਜਿੰਨੀ ਦੇਰ ਮਤਲਬ ਸਾਰੇ MC ਰਲ ਕੇ ਨਹੀਂ ਉਹਨੂੰ ਬਦਲੂਗੇ ਆਪਾਂ ਕੀ ਬਦਲ ਸਕਦੇ ਹਾਂ? ਬੜਾ ਅਹਿਮ ਸਵਾਲ ਹੈ, ਇਹ ਕੌਂਸਲਰ ਦੀ ਪਰਫਾਰਮੈਂਸ ਨਾਲ ਜੁੜਿਆ ਸਵਾਲ ਹੈ। ਜੇ ਸਾਰੇ MC ਦੇਖਣ ਇਹਨੇ ਕੰਮ ਨਹੀਂ ਠੀਕ ਕੀਤਾ ਤੇ ਇਹਨੂੰ ਚੇਂਜ ਕੀਤਾ ਤਾਂ ਹੀ ਹੋਏਗਾ, ਪਬਲਿਕ ਦੇ ਕਰਨ ਤੇ ਤਾਂ ਚੇਂਜ ਹੋਣਾ, ਆ ਚੇਂਜ ਹੋਣਾ ਨਹੀਂ। ਜਾਂ ਕੋਈ ਗਵਰਨਮੈਂਟ ਕਮੇਟੀ ਬਣਾਵੇ ਜਿਹੜਾ ਰਿਵਿਊ ਕਰੇ ਕੌਂਸਲਰ ਦੀ ਵਰਕਿੰਗ ਨੂੰ। ਹਾਂ ਬਿਲਕੁਲ ਸਹੀ ਗੱਲ। ਵਿਨੋਦ ਜੀ ਨੇ ਦੱਸਿਆ ਕਿ ਇੱਕ ਕਮੇਟੀ ਹੋਵੇ ਜਿਹੜੀ ਕੌਂਸਲਰਸ ਦੀ ਵਰਕਿੰਗ ਨੂੰ ਟਾਈਮ ਟੂ ਟਾਈਮ ਰਿਵਿਊ ਕਰੇ। ਮੇਰਾ ਇੱਕ ਸਵਾਲ ਹੋਰ ਇਹ ਹੈ ਜੀ ਕਿ ਕਿਆ ਕੌਂਸਲਰਸ ਜਿਹੜੀ ਕਾਰਪੋਰੇਸ਼ਨ ਹੈ ਇਹਨੂੰ ਕਈ ਤਰ੍ਹਾਂ ਦੇ ਸੈਸ ਦਿੱਤੇ ਜਾਂਦੇ ਆ ਸਾਡੇ ਵੱਲੋਂ, ਤੁਸੀਂ ਸਕੂਟਰ ਲਓ, ਕਾਰ ਲਓ, ਕਾਊ ਸੈਸ ਦਿੱਤਾ ਜਾਂਦਾ ਹੈ, ਔਰ ਜਦ ਕਿ ਅਸੀਂ ਦੇਖਿਆ ਸ਼ਹਿਰ ਦੇ ਵਿੱਚ ਬੇਜਾਨ ਅਵਾਰਾ ਪਸ਼ੂ ਬਹੁਤ ਘੁੰਮਦੇ ਨੇ, ਐਕਸੀਡੈਂਟ ਦਾ ਕਾਰਨ ਵੀ ਹੈ। ਜ਼ਿੰਮੇਵਾਰੀ ਸਮਾਜ ਦੀ ਹੈ, ਜ਼ਿੰਮੇਵਾਰੀ ਸਾਡੀ ਹੈ। ਕਿਆ ਇਸ ਸੈਸ ਦੇ ਉੱਤੇ ਜਿਹੜਾ ਕਾਰਪੋਰੇਸ਼ਨ ਕੋਲ ਜਾ ਰਿਹਾ ਹੈ ਲੋਕਾਂ ਨੂੰ ਜਾਣਨ ਦਾ ਹੱਕ ਹੈ ਕਿ ਕਿੱਥੇ ਇਹਦਾ ਉਪਯੋਗ ਹੋ ਰਿਹਾ ਹੈ? ਬਿਲਕੁਲ ਸਹੀ, ਇਹਦੇ ਉੱਤੇ ਖੁੱਲ੍ਹ ਕੇ ਵਿਚਾਰ ਦੱਸੋ। ਬਿਲਕੁਲ ਜੀ, ਕਾਊ ਸੈਸ ਕਿੱਥੇ ਲੱਗ ਰਿਹਾ, ਕਿੱਥੇ ਇਹਨੂੰ ਇਸਤੇਮਾਲ ਕਰ ਰਹੀ ਹੈ ਸਰਕਾਰ, ਇਹ ਦੱਸਿਆ ਜਾਵੇ। ਜਦ ਕਿ ਜਦ ਟੈਕਸ ਲੈਂਦੇ ਆ, ਕਾਊ ਸੈਸ ਲੈਂਦੇ ਆ, ਅਵਾਰਾ ਸਾਂਢ ਘੁੰਮਦੇ ਆ, ਗਾਈਆਂ ਘੁੰਮਦੀਆਂ, ਐਕਸੀਡੈਂਟ ਹੁੰਦੇ ਆ, ਬੰਦੇ ਦੇ ਸੱਟ ਲੱਗ ਜਾਂਦੀ ਹੈ ਜਾਂ ਮਰ ਜਾਂਦਾ ਹੈ, ਮੁੜ ਕੇ ਕੌਣ ਮੁਆਵਜ਼ਾ ਮਿਲਦਾ? ਕੁਛ ਨਹੀਂ ਦਿੰਦਾ, ਕੋਈ ਮੁਆਵਜ਼ਾ ਨਹੀਂ ਮਿਲਦਾ ਨਾ, ਕੋਈ ਮੁਆਵਜ਼ਾ ਨਹੀਂ। ਮੁਆਵਜ਼ਾ ਕਿੱਥੇ, ਜਿਹਦਾ ਬੰਦਾ ਚੱਲ ਗਿਆ ਛੁੱਟੀ, ਬਸ ਬਾਅਦ 'ਚ ਘਰ ਦੇ ਵੀ ਧੱਕੇ ਖਾਂਦੇ। ਕਮਾਉਣ ਵਾਲਾ ਇੱਕ ਹੁੰਦਾ ਹੈ, ਉਹੀ ਬੰਦਾ ਜੇ ਚੱਲ ਜਾਊਗਾ ਤੇ ਘਰ ਦੇ ਤਾਂ ਆਪੇ ਰੁਲਣਾ ਹੀ। ਵਿਨੋਦ ਜੀ ਮੇਰਾ ਇੱਕ ਸਵਾਲ ਇਹ ਹੈ ਕਿ ਜਿਹੜਾ ਸਾਡੇ ਧੱਬਾ ਲੱਗਾ ਹੈ ਗੰਦਾ ਸ਼ਹਿਰ, ਉਹਨੂੰ ਮਿਟਾਉਣ ਦੇ ਲਈ ਕੌਂਸਲਰਸ ਆਉਣ ਵਾਲਿਆਂ ਨੂੰ ਕਿਹੋ ਜਿਹਾ ਪ੍ਰਣ ਲੈਣਾ ਚਾਹੀਦਾ ਹੈ? ਇਹ ਹਰ ਵਾਰਡ 'ਚ ਆਪਣੇ ਆਪਣੇ MC ਨੂੰ ਧਿਆਨ ਰੱਖਣਾ ਚਾਹੀਦਾ, ਕਿੱਥੇ ਗੰਦ ਹੈ ਉਹਨੂੰ ਸਫਾਈ ਕਰਵਾਈਏ, ਤਾਂ ਹੀ ਮੁੱਕ ਸਕਦਾ ਜੀ। ਪਬਲਿਕ ਕੀ ਕਰ ਪਬਲਿਕ ਦਾ ਇਹ ਹੈ ਕਿ ਜਿਹੜੇ ਕੂੜਾ ਸਿੱਟਣ ਵਾਲੇ ਜਗ੍ਹਾ ਜਗ੍ਹਾ ਲਾਏ ਜਾਣ, ਅਗਲੇ ਦਾ ਜੁਰਮਾਨਾ ਰੱਖੋ। ਕੋਈ ਚੀਜ਼ ਮੈਂ ਵੀ ਹਾਂ, ਠੀਕ ਹੈ ਜੀ, ਮੈਂ ਸਿੱਟਿਆ ਵੀ 500 ਰੁਪਏ ਜੀ, ਉਹਨਾਂ ਦੇਖੋ ਸਾਰੀਆਂ ਦੁਕਾਨਾਂ 4-4 ਫੁੱਟ ਬਾਹਰ ਲੱਗੀਆਂ, ਕੋਈ ਪੁੱਛਦਾ ਜੀ ਸੜਕਾਂ ਦਾ ਕੀ ਹਾਲ? 3 ਫੁੱਟ ਇੱਧਰੋਂ ਮੱਲੀ ਹੈ, 3 ਫੁੱਟ ਉੱਧਰੋਂ ਮੱਲੀ ਹੈ, ਨਾ ਤਾਂ ਕਮੇਟੀ ਦੇਖਦੀ ਆ, ਨਾ DC ਦੇਖਦਾ, ਨਾ SSP ਦੇਖਦਾ। ਟ੍ਰੈਫਿਕ ਦਾ ਕਿੰਨਾ ਬੁਰਾ ਹਾਲ ਹੈ। ਤੁਸੀਂ ਬਸੀ ਖਵਾਜੂ ਚੱਲ ਜਾਓ, ਗਊਸ਼ਾਲਾ ਬਾਜ਼ਾਰ ਚੱਲ ਜਾਓ, ਗੁੜ ਮੰਡੀ ਚੱਲ ਜਾਓ, ਹਰ ਦੁਕਾਨ 4-4 ਫੁੱਟ ਬਾਹਰ ਲੱਗੀ ਹੋਈ। ਉਹਦੇ ਬਾਅਦ ਅਗਲੇ ਦਾ ਸਕੂਟਰ ਲੱਗਾ ਹੈ, ਕੋਈ ਨਹੀਂ ਦੇਖਦਾ। ਬਾਜ਼ਾਰ ਤਾਂ ਮੱਲੇ ਆ ਦੁਕਾਨਦਾਰਾਂ ਨੇ। ਬਹੁਤ ਵਧੀਆ ਦੱਸਿਆ ਵਿਨੋਦ ਜੀ ਨੇ ਕਿ ਸ਼ਹਿਰ ਦੇ ਵਿੱਚ ਬਹੁਤ ਅਨੇਕੋ ਸਮੱਸਿਆਵਾਂ ਹੈ, ਬਟ ਅਗਰ ਕੌਂਸਲਰ ਸਾਡਾ ਇਨਵੋਲਵ ਹੋਵੇ, ਲੋਕ ਜਾਗਰੂਕ ਹੋਣ, ਆਪਣੇ ਛੋਟੇ ਇੰਟਰਸਟ ਤੋਂ ਉੱਪਰ ਉੱਠਣ, ਤੇ ਅਸੀਂ ਸ਼ਹਿਰ ਦੀ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਚਾਹੀਦਾ ਹਰ MC ਨੂੰ ਜਾਂ SSP ਨੂੰ, DC ਨੂੰ, ਜਿੰਨੀਆਂ ਦੁਕਾਨਾਂ ਬਾਹਰ ਲੱਗੀਆਂ, ਕੋਈ ਵੀ ਬਾਜ਼ਾਰ ਇੰਸਪੈਕਸ਼ਨ ਕੀਤੀ ਜਾਏ, ਇੱਕ 1000 ਰੁਪਏ ਜੁਰਮਾਨਾ, ਦੂਏ ਦਿਨ 2000 ਰੁਪਏ ਜੁਰਮਾਨਾ, ਇੱਕ 10 ਦਿਨ ਦੀ ਲੋੜ ਹੈ, ਮੁੜ ਕੇ ਸਭ ਦੁਕਾਨਾਂ ਅੰਦਰ ਹੋ ਜਾਣ। ਬਹੁਤ ਵਧੀਆ ਵਿਚਾਰ ਦਿੱਤੇ
ਵਿਨੋਦ ਜੀ, ਮੈਂ KBC ਦੀ ਟੀਮ ਵੱਲੋਂ ਔਰ KBC ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜਾ ਬਹੁਮੁੱਲੇ ਟਾਈਮ ਕੱਢ ਕੇ ਤੁਸੀਂ KBC ਨੂੰ ਵਿਚਾਰ ਦਿੱਤੇ। ਥੈਂਕ ਯੂ ਵੈਰੀ ਮਚ ਫॉर KBC। ਥੈਂਕ ਯੂ ਜੀ ਸਰ। कौन बनेगा काउंसलर म्यूनसिपल कॉर्पोरेशन इलेक्शंस 2021 होशियारपुर।